ਵਾਹਿਗੁਰੂ ਜੀ। ਗੁਰੂ ਨਾਨਕ ਭਗ ਪੰਕਜ ਬੰਦਨ, ਭਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨੇ ਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਦੋਹਰਾ, ਜਗਮਗਾਤ ਜਗ ਤਾਰਨੀ। ਜਗਤ ਵਿਖੇ ਜਿਹ ਜੋਤ, ਜੈ ਜਲ ਪੈ ਜੈ ਕਰੀ। ਕੀਜੈ ਸਮਤ ਅਦੋਤ ਦੋਹਰਾ, ਜਗਮਗਾਤ ਜਗ ਤਾਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਭਾਵੇਂ ਆਪ ਜੀ ਨਿਰਗੁਣ ਸਰੂਪ ਵਿੱਚ ਸਰਬ ਵਿਆਪੀ ਹਨ, ਪਰ ਸਰਗੁਣ ਰੂਪ ਵਿੱਚ ਸਾਹਿਬ ਗੁਰੂ ਨਾਨਕ ਸਾਹਿਬ ਸਰੀਰ ਰੂਪ ਵਿੱਚ ਵਿਚਰੇ ਹਨ। ਅਤੇ ਸਰੀਰ ਵਿੱਚ ਹੁੰਦਿਆਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸਰੀਰ ਦੇ ਉੱਪਰ ਅਨੇਕ ਪ੍ਰਕਾਰ ਦੇ ਕਸ਼ਟ ਝੱਲੇ ਨੇ, ਔਰ ਬਹੁਤ ਵਿਖਮ ਜਗ੍ਹਾ ਤੇ ਜਾ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਕਲਯੁਗ ਜੀਵਾਂ ਦੇ ਉਧਾਰ ਲਈ ਗੁਰਸਿੱਖੀ ਦਾ ਉਪਦੇਸ਼ ਬਖਸ਼ਿਸ਼ ਕੀਤਾ। ਜਿੱਥੇ ਜ਼ਰੂਰਤ ਪਈ ਹੈ, ਜੇ ਤਾਂ ਗਿਆਨ ਦੇ ਨਾਲ ਗੱਲ ਬਣੀ ਹੈ ਤੇ ਮਹਾਰਾਜ ਨੇ ਗਿਆਨ ਦਾ ਉਪਦੇਸ਼ ਦਿੱਤਾ ਹੈ। ਪਰ ਅਸੀਂ ਇਤਿਹਾਸ ਨੂੰ ਤੱਕ ਰਹੇ ਹਾਂ, ਜਿੱਥੇ ਵੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਗਏ ਨੇ, ਉੱਥੇ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਸ਼ਕਤੀ ਕਰਾਮਾਤ ਵਰਤਣ ਦੀ ਲੋੜ ਵੀ ਪਈ ਹੈ। ਕਿਸੇ ਵੀ ਪ੍ਰਾਣੀ ਦਾ ਜਿਹਦਾ ਮਨ ਕਿਸੇ ਪਾਸੇ ਜੁੜਿਆ ਹੋਇਆ ਹੈ, ਉਸ ਨੂੰ ਮੋੜਨ ਵਾਸਤੇ ਸ਼ਕਤੀ ਚਾਹੀਦੀ ਸੀ। ਇਸ ਲਈ ਧੰਨ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਅਸੀਂ ਲੜੀਵਾਰ ਇਤਿਹਾਸ ਦੇ ਅੰਦਰ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਜੋ ਪਿਛਲੇ ਸਮੇਂ ਵਿੱਚ
ਹਜੂਰ ਦਾ ਇਤਿਹਾਸ ਸਰਵਣ ਕੀਤਾ। ਜੋ ਪਾਪੀ ਰਾਜੇ ਹੋਏ ਬੈਠੇ ਸਨ, ਕਾਰੂ ਪਾਤਸ਼ਾਹ ਦਾ ਪ੍ਰਸੰਗ ਆਪਾਂ ਸੁਣਿਆ ਕਿ ਜਿਸ ਨੇ ਸਿਰਫ ਜੀਵਨ ਦਾ ਮਕਸਦ ਇੰਨਾ ਹੀ ਬਣਾਇਆ ਕਿ ਰਾਜ ਭਾਗ ਦੇ ਮਾਲਕ ਬਣ ਕੇ ਪੈਸਾ ਹੀ ਇਕੱਠਾ ਕਰਨਾ ਤੇ ਐਸ਼ ਕਰਨੀ ਹੈ, ਤਾਂ ਉਸ ਦਾ ਜ਼ਿਕਰ ਆਇਆ ਹੈ। ਸਾਹਿਬ ਗੁਰੂ ਨਾਨਕ ਸਾਹਿਬ ਜੀ ਗਏ ਨੇ, ਜਾ ਕਰਕੇ ਇਹਦੇ ਮਹਿਲਾਂ ਦੇ ਦਰਵਾਜ਼ੇ ਤੇ ਬੈਠੇ ਹੋਏ ਦਰਬਾਨਚੀ ਪਹਿਰੇਦਾਰਾਂ ਨੂੰ ਹਜੂਰ ਜੀ ਨੇ ਜਾ ਕੇ ਪੁੱਛਿਆ ਵੀ ਕੈਸਾ ਰਾਜਾ ਹੈ, ਕਿਹੋ ਜਿਹਾ ਇਨਸਾਫ ਕਰਦਾ ਹੈ, ਪ੍ਰਜਾ ਕਿਤਨੀ ਕੁ ਖੁਸ਼ ਹੈ। ਉਹਨਾਂ ਦਰਵਾਜ਼ੇ ਤੇ ਬੈਠੇ ਹੋਏ ਦਰਬਾਨਚੀਆਂ ਨੇ ਇਹਦੀ ਸਾਰੀ ਦਸ਼ਾ ਬਿਆਨ ਕਰਤੀ। ਮਹਾਰਾਜ ਬਹੁਤ ਪਾਪੀ ਬੰਦਾ, ਦੁਨੀਆ ਬਹੁਤ ਦੁਖੀ ਕੀਤੀ ਹੈ, ਪਿੰਡਾਂ ਦੇ ਪਿੰਡ ਦੁਖੀ ਹੋ ਕਰਕੇ ਉੱਜੜ ਗਏ ਨੇ, ਪਰਵਾਹ ਨਹੀਂ ਕੀਤੀ ਇਸ ਨੇ। ਦੂਜੇ ਰਾਜਾਂ ਵਿੱਚ ਜਾ ਬੈਠੇ ਨੇ, ਪਰ ਇਸ ਨੇ ਕਿਸੇ ਦੀ ਦਾਦ ਫਰਿਆਦ ਨਹੀਂ ਸੁਣੀ, ਕਿਸੇ ਨੂੰ ਇਨਸਾਫ ਨਹੀਂ ਦਿੱਤਾ ਇਸ ਨੇ। ਇਸ ਤਰੀਕੇ ਦੀ ਇਹਦੀ ਹਾਲਾਤ ਹਜੂਰ ਨੇ ਸੁਣੀ ਜਿਸ ਵੇਲੇ, ਤੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਸੋ ਕਿਰਪਾ ਕੀਤੀ। ਹਜੂਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਇਹਨਾਂ ਦਰਬਾਨਚੀਆਂ ਨੂੰ ਸੰਦੇਸ਼ਾ ਦਿੱਤਾ ਹੈ ਕਿ ਜਾਓ ਆਪਣੇ ਰਾਜੇ ਨੂੰ ਜਾ ਕਰਕੇ ਕਹੋ ਕਿ ਬਾਹਰ ਕੋਈ ਫਕੀਰ ਆਇਆ, ਉਹਨੇ ਲੈਣਾ ਤੇਰੇ ਕੋਲੋਂ ਕੁਛ ਨਹੀਂ, ਸਿਰਫ ਤੈਨੂੰ ਮਿਲਣਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਨੇ ਸੁਨੇਹਾ ਦਿੱਤਾ ਕਿ ਸੂਮ ਬੰਦਾ ਕਿਤੇ ਇਹ ਨਾ ਸੋਚੇ ਵੀ ਖਰੇ ਕੋਈ ਫਕੀਰ ਮੰਗਣ ਆਇਆ, ਕੁਛ ਆਵੇ ਹੀ ਨਾ, ਸਾਹਮਣੇ ਤਾਂ ਆਵੇ। ਗੁਰੂ ਪਾਤਸ਼ਾਹ ਨੇ ਕੌਤਕ ਵਰਤਾਇਆ। ਇਹਦਾ ਦਰਬਾਨਚੀਆਂ ਨੇ ਜਾ ਕੇ ਕਿਹਾ ਹੈ ਭਾਈ ਬਾਹਰ ਕੋਈ ਭਲੇ ਫਕੀਰ ਲੋਕ ਆਏ ਨੇ, ਰੱਬ ਦੇ ਪਿਆਰੇ ਖੁਦਾਬੰਦੇ, ਔਰ ਤੈਨੂੰ ਮਿਲਣਾ ਚਾਹੁੰਦੇ ਨੇ, ਇੱਛਾ ਕਿਸੇ ਚੀਜ਼ ਨੂੰ ਲੈਣਾ ਤੇਰੇ ਕੋਲੋਂ ਕੁਛ ਨਹੀਂ, ਇਹ ਸੁਨੇਹਾ ਹੈ। ਝੱਟ ਆਣ ਕੇ ਬਾਹਰ ਜਦੋਂ ਦੇਖਿਆ ਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਠੀਕਰੀਆਂ ਚੁੱਕ ਕੇ ਪੱਲੇ 'ਚ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਤੇ ਰਾਜਾ ਵੇਖ ਕੇ ਕਹਿੰਦਾ ਹੈ ਕਿ ਸਾਈਂ ਫਕੀਰ ਜੀ ਕੀ ਕਰਦੇ ਹੋ ਤੁਸੀਂ, ਇਹ ਕੀ ਕਰੋਗੇ ਠੀਕਰੀਆਂ? ਮਹਾਰਾਜ ਕਹਿੰਦੇ ਭਾਈ ਪ੍ਰਲੋਕ ਨੂੰ ਨਾਲ ਲਿਜਾਣੀਆਂ ਚਾਹੀਦੀਆਂ ਨੇ। ਹੱਸ ਕੇ ਕਹਿੰਦਾ ਹੈ ਕਹਿੰਦਾ ਫਕੀਰ ਜੀ ਮਸਤਾਨੇ ਲੱਗਦੇ, ਤੁਹਾਨੂੰ ਨਹੀਂ ਪਤਾ ਸਰੀਰ ਨਾਲ ਨਹੀਂ ਜਾਣਾ, ਠੀਕਰੀਆਂ ਕਿੱਦਾਂ ਜਾਣਗੀਆਂ? ਮਹਾਰਾਜ ਸਾਹਮਣੇ ਖੜੇ ਹੋ ਗਏ, ਕਹਿਣ ਲੱਗੇ ਬਾਦਸ਼ਾਹ ਕਾਰੂ, ਤੇਰੇ ਭਰਾ ਹਰੂਨ ਨੇ 40 ਗੰਜ ਜੋੜੇ, ਤੂੰ ਕਬਰਾਂ ਪੱਟ ਕੇ 5 ਗੜ ਹੋਰ ਜੋੜ ਲੈ, ਉਹ ਤੇਰੀਆਂ ਠੀਕਰੀਆਂ ਜੇ ਨਾਲ ਜਾਣਗੀਆਂ ਤੇ ਸਾਡੀਆਂ 2 ਬੁੱਕ ਨਾ ਜਾਣਗੀਆਂ। ਹਜੂਰ ਪਾਤਸ਼ਾਹ ਜੀ ਨੇ ਐਸਾ ਇਸ ਦੇ ਤਾਈਂ ਬਚਨ ਕੀਤਾ ਕਿ ਜਿਹੜਾ ਗੁਰੂ ਨਾਨਕ ਨੂੰ ਬਚਨ ਕਿਹਾ ਇਹਨੂੰ ਸਮਝਣ ਆ ਗਈ ਕਿ ਮੈਂ ਹੀ ਉਹੋ ਜਿਹਾ ਕਿਹਾ ਸੀ। ਫਕੀਰ ਮਸਤਾਨੇ, ਕਹਿੰਦੇ ਮਸਤਾਨਾ ਤੇ ਮੈਂ, ਇੱਕੋ ਬਚਨ ਦੇ ਨਾਲ ਨਿਰੁੱਤਰ ਕਰ ਦਿੱਤਾ। ਹਜੂਰ ਕਹਿੰਦੇ ਵੀ ਤੇਰੇ 45 ਗੰਜ ਤੇਰੇ ਨਾਲ ਜਾਣਗੇ ਤੇ ਸਾਡੇ 2 ਬੁੱਕ ਠੀਕਰੀਆਂ ਨਾ ਜਾਣਗੀਆਂ। ਸਮਝੇ ਆ ਗਈ। ਸਾਹਿਬ ਗੁਰੂ ਨਾਨਕ ਸਾਹਿਬ ਨੇ ਐਸੀ ਕਿਰਪਾ ਦ੍ਰਿਸ਼ਟੀ ਪਾਈ ਹੈ। ਜ਼ਿਕਰ ਕੀਤਾ ਕਵੀ ਜੀ, ਕਿਉਂਕਿ ਭਾਈ ਸੰਤੋਖ ਸਿੰਘ ਜੀ ਰੂਹਾਨੀਅਤ ਦੇ ਮਾਰਗ ਦੇ ਪਾਂਧੀ ਹਨ, ਤੇ ਇਹ ਜਿਹੜੇ ਲੋਕ ਹੁੰਦੇ ਨੇ ਰੱਬ ਦੀ ਬੰਦਗੀ ਵਾਲੇ ਰੱਬੀ ਲੋਕ ਹੁੰਦੇ ਨੇ, ਇਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਕਰਨੀ ਹੁੰਦੀ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਵੇਲੇ ਇਸ ਤੇ ਉਹ ਦ੍ਰਿਸ਼ਟੀ ਪਾਈ ਆਪਣੀ, ਤੇ ਸਰੀਰ ਪਸੀਨਿਓਂ ਪਸੀਨੀ ਤੇ ਇਸ ਤਰ੍ਹਾਂ ਕਰ ਦਿੱਤਾ ਜਿਵੇਂ ਨਿੰਬੂ ਨਿਚੋੜਿਆ। ਕਹਿੰਦਾ ਮਹਾਰਾਜ ਕੱਖ ਤੋੜਨ ਦੀ ਤਾਕਤ ਨਹੀਂ ਹੁਣ ਮੇਰੇ ਵਿੱਚ। ਇਹ ਕੁਛ ਗੁਰੂ ਨਾਨਕ ਦੇ ਗੁਰਸਿੱਖਾਂ ਦੇ ਵਿੱਚ ਵੀ ਬਰਕਤਾਂ ਨੇ, ਜਿੱਥੇ ਲੋੜ ਪੈਂਦੀ ਵਰਤਾਉਂਦੇ ਨੇ। ਬਖਸ਼ਿਸ਼ ਵਾਹਿਗੁਰੂ ਦੇ ਹੁਕਮ ਨਾਲ ਹੀ ਹੁੰਦੀ ਹੈ। ਤਾਂ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਐਸਾ ਪ੍ਰਭਾਵ, ਪਰ ਇਹ ਸੰਤ ਬਾਬਾ ਜਵਾਲਾ ਸਿੰਘ ਮਹਾਂਪੁਰਖਾਂ ਦੇ ਜੀਵਨ ਵਿੱਚ ਵੀ ਤੱਕਿਆ ਹੈ, ਕਿਉਂਕਿ ਦਾਸ ਦਾ ਉਸ ਸੰਪਰਦਾ ਨਾਲ ਸੰਬੰਧ ਹੈ। ਉੱਥੋਂ ਸ਼ੁਰੂਆਤ ਹੋਈ ਹੈ ਮੇਰੇ ਇਸ ਧਾਰਮਿਕ ਜੀਵਨ ਦੀ। ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖਾਂ ਦਾ ਬਚਨ ਸੰਤ ਪ੍ਰੀਤਮ ਸਿੰਘ ਜੀ ਹੁਣੀ ਉਸ ਅਸਥਾਨ ਤੇ ਸੇਵਾ ਨਿਭਾਈ ਉਹਨਾਂ ਨੇ, ਤੇ ਉਹਨਾਂ ਨੇ ਆਪਣੀ ਜ਼ਬਾਨੀ ਹੱਡਬੀਤੀ ਦੱਸੀ। ਤੇ ਜਿਸ ਵੇਲੇ ਮਹਾਰਾਜ ਦੀ ਕਿਰਪਾ ਹੁੰਦੀ, ਇਹ ਲੋਕ ਫਿਰ ਜਿਹੜਾ ਨਾ ਹਿਰਦੇ ਸ਼ੁੱਧ ਹੋ ਜਾਂਦੇ ਨੇ, ਫਿਰ ਇਹ ਖੁਲਾਸੇ ਹੋ ਕਰਕੇ ਖੁੱਲੇ ਬਚਨ ਕਰ ਦਿੰਦੇ। ਮੈਨੂੰ ਕਹਿੰਦਾ ਸਵਿੰਦਰ ਸਿੰਘ, 100 ਕਿੱਲੇ ਦਾ ਮਾਲਕ, ਕੱਲਾ ਹੀ ਪੁੱਤਰ ਮੈਂ ਜੱਟਾਂ ਦਾ,
ਕਾਲਮ ਵਿੱਚ ਪੜ੍ਹਦਾ ਤੇ ਕਹਿੰਦਾ ਕੋਈ ਦੁਨੀਆ ਦੇ ਐਬ ਨਹੀਂ ਜਿਹੜਾ ਮੈਂ ਨਾ ਕੀਤਾ ਹੋਵੇ। ਪਰ ਕਹਿੰਦੇ ਜਦੋਂ ਭਾਗ ਜਾਗੇ ਨਾ, ਕਹਿੰਦੇ ਪਤਾ ਲੱਗਾ, ਡੇਰਾ ਬਸੀ ਉਹਨਾਂ ਦਾ ਲਾਗੇ ਸੀ ਨਗਰ ਮੁਕੇਰੀਆਂ ਦੇ, ਉੱਥੇ ਪੁਰਾਣਾ ਕਿਲ੍ਹਾ ਰਾਜੇ ਸ਼ੇਰ ਸਿੰਘ ਦੇ, ਮਹਾਰਾਜਾ ਰਣਜੀਤ ਸਿੰਘ ਦੇ ਉਸ ਟਾਈਮ ਦਾ ਪੁਰਾਣਾ ਕਿਲ੍ਹਾ, ਉਹਦਾ ਨਾਮ ਡੇਰਾ ਕਿਲ੍ਹਾ ਅਟਲਗੜ੍ਹ, ਨੇੜੇ ਹੀ ਸਟੇਸ਼ਨ ਪੈਂਦਾ ਅਤੇ ਉੱਚੀ ਜਗ੍ਹਾ 'ਤੇ ਉਹ ਕਿਲ੍ਹਾ ਸੀ। ਉੱਥੇ ਅਸਥਾਨ 'ਤੇ ਬਾਬਾ ਜਵਾਲਾ ਸਿੰਘ ਨੇ ਬਾਬਾ ਹਰੀ ਸਿੰਘ ਨੂੰ ਸੇਵਾ ਲਾਈ ਸੀ ਵੀ ਇਸ ਇਲਾਕੇ 'ਚ ਤੁਸੀਂ ਪ੍ਰਚਾਰ ਕਰ। ਕਹਿੰਦੇ ਪਤਾ ਲੱਗਾ ਵੀ ਬਾਬਾ ਜਵਾਲਾ ਸਿੰਘ ਮਹਾਂਪੁਰਖ ਆ ਰਹੇ ਨੇ, ਕਿਤੇ ਭਾਗ ਜਾਗ ਪਏ ਅਤੇ ਕਹਿੰਦੇ ਵੀ ਗੱਭਰੂ ਜਵਾਨ ਸੀ, ਚਲੇ ਗਏ ਅਤੇ ਚਿੱਤ ਵਿੱਚ ਮੂਹਰੇ ਹੋ ਕੇ ਦਰਸ਼ਨ ਕਰੀ। ਅਤੇ ਮਹਾਂਪੁਰਖ ਥੱਲਿਓਂ ਸੰਗਤ ਚੋਂ, ਅਤੇ ਉੱਥੇ ਨਾ 2 ਪੌੜੀਆਂ ਚੜ੍ਹ ਕੇ ਅਤੇ ਇੱਦਾਂ ਉੱਚਾ ਸਥਾਨ ਸੀ ਜਿੱਥੇ ਮਹਾਂਪੁਰਖਾਂ ਦਾ ਆਸਣ ਸੀ। ਕਹਿੰਦੇ ਵੀ ਉਹ 2 ਪੌੜੀਆਂ ਦੇ ਕੋਲ ਜਾ ਕੇ ਖੜੇ ਹੋ ਗਏ ਵੀ ਇੱਥੋਂ ਮਹਾਂਪੁਰਖਾਂ ਨੇ ਜਿਹੜੇ ਪੌੜੀਆਂ ਚੜ੍ਹਨੀਆਂ ਤਾਂ ਆਪਾਂ ਦਰਸ਼ਨ ਕਰਾਂ। ਅਤੇ ਕਹਿੰਦੇ ਪੌੜੀਆਂ ਦੇ ਕੋਲ ਮੈਂ ਖੜਾ ਹੋ ਗਿਆ ਹੱਥ ਜੋੜ ਕੇ, ਅਤੇ ਮਹਾਂਪੁਰਖਾਂ ਨੇ ਇੱਕ ਚਰਨ ਪੌੜੀ 'ਤੇ ਰੱਖਿਆ ਅਤੇ ਕਹਿੰਦੇ ਮੇਰੇ ਵੱਲ ਨਿਗਾਹ ਪਾਈ, ਬਸ ਸਿਰ ਤੋਂ ਪੈਰਾਂ ਤਾਂ ਇੱਕੋ ਹੀ ਨਿਗਾਹ ਇਸ ਤਰ੍ਹਾਂ ਨੇ ਪਾਈ ਉਹਨਾਂ ਨੇ, ਪਰ ਪਤਾ ਨਹੀਂ ਕਹਿੰਦੇ ਕੀ ਕੀਤਾ। ਕਹਿੰਦਾ ਵੀ ਪਸੀਨਿਓ ਪਸੀਨੀ, ਸਰੀਰ ਗਿੱਟਿਆਂ ਤੱਕ ਪਸੀਨਾ ਚੋ ਗਿਆ, ਅਤੇ ਆਪਣੇ ਆਪ 'ਚ ਗੱਭਰੂ ਨੌਜਵਾਨ ਕਹਾਉਂਦਾ ਸੀ ਵੀ ਮੇਰੇ ਵਿੱਚ ਹਿੰਮਤ ਨਾ ਵੀ ਮੈਂ ਪੈਰ ਚੁੱਕ ਕੇ ਪੌੜੀ 'ਤੇ ਰੱਖ ਲਵਾਂ, ਪੂਰਬਲੇ ਕੋਈ ਭਾਗ ਸੀ। ਅਤੇ ਕਹਿੰਦੇ ਜਿਸਲੇ ਮਹਾਂਪੁਰਖ 'ਤੇ ਚਲੇ ਗਏ, ਕਹਿੰਦੇ ਮਸਾਂ ਸਰੀਰ ਨੂੰ ਹਰਕਤ 'ਚ ਲਿਆਣ ਕੇ ਅਤੇ ਮੈਂ ਬੜੀ ਮੁਸ਼ਕਿਲ ਨਾਲ ਉਹ 3 ਪੌੜੀਆਂ ਜਿਹੜੀਆਂ ਮੈਂ ਚੜ੍ਹ ਕਰਕੇ ਅਤੇ ਮਹਾਂਪੁਰਖਾਂ ਨੂੰ ਜਾ ਕਰਕੇ ਨਮਸਕਾਰ ਕੀਤੀ। ਮੈਂ ਬਚਨ ਕੋਈ ਨਹੀਂ ਕੀਤਾ। ਐਸੀ ਦ੍ਰਿਸ਼ਟੀ ਪਾਈ, ਕਹਿੰਦੇ ਜੀਵਨ ਬਦਲ ਗਿਆ। ਮੁੜ ਕੇ ਸਤਿਗੁਰਾਂ ਦੀ, ਮਹਾਂਪੁਰਖਾਂ ਦੀ, ਬਾਬਾ ਹਰੀ ਸਿੰਘ ਦੀ ਸੇਵਾ 'ਚ ਆਏ। ਉਹਨਾਂ ਤੋਂ ਬਾਅਦ ਫਿਰ ਉਹਨਾਂ ਨੂੰ ਉਸ ਪਾਵਨ ਅਸਥਾਨ ਦੀ ਸੇਵਾ ਸੰਭਾਲੀ ਗਈ ਸੰਤ ਪ੍ਰੀਤਮ ਸੁਣਾ ਨੇ। ਤੋਂ ਭਾਵ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਰਕਤ ਬਖਸ਼ੀ ਹੈ। ਕਾਰੂ ਨੂੰ ਜਿਸ ਵੇਲੇ ਇਸ ਤਰ੍ਹਾਂ ਮੇਰੇ ਸਤਿਗੁਰੂ ਨੇ ਆਪਣੀ ਦ੍ਰਿਸ਼ਟੀ ਪਾ ਕਰਕੇ ਇਸ ਤਰ੍ਹਾਂ ਦੇ ਨਾਲ ਨਿਮਾਣਾ ਬਣਾਇਆ, ਇਹਦੀ ਹੰਗਤਾ ਤੋੜੀ ਹੈ, ਚਰਨਾਂ 'ਤੇ ਢਹਿ ਪਿਆ ਅਤੇ ਕਹਿੰਦਾ ਮਹਾਰਾਜ ਮੇਰੇ 'ਤੇ ਕਿਰਪਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕਰਕੇ ਇਸ ਦੇ ਤਾਈਂ ਸੋ ਨਸੀਹਤਨਾਮਾ ਉਚਾਰਨ ਕੀਤਾ, ਜਿਸ ਦੀ ਅਸਾਂ ਕੱਲ੍ਹ ਵਿਚਾਰ ਕੀਤੀ ਪ੍ਰਸੰਗ ਦੇ ਵਿੱਚ ਕਿ ਭਾਈ ਦੁਨੀਆ ਕਾ ਦੀਵਾਨਾ ਕਹੈ ਮੁਲਕ ਮੇਰਾ, ਆਈ ਮੌਤ ਸਿਰ ਪੇ ਨਾ ਮੇਰਾ ਨਾ ਤੇਰਾ, ਦਮੜਾ ਤਿਸੀ ਕਾ ਜੋ ਖਰਚਾ ਵੈ ਖਾਏ, ਦੇਵੈ ਦਿਲਾਵੈ ਰਜਾਵੈ ਖੁਦ ਆਏ। ਤੋ ਮੇਰੇ ਸਤਿਗੁਰੂ ਪਾਤਸ਼ਾਹ ਨੇ ਇਸ ਤਰੀਕੇ ਦੇ ਨਾਲ ਇਸ ਦੇ ਤਾਈਂ ਉਪਦੇਸ਼ ਦੇ ਕਰਕੇ ਗੁਰਸਿੱਖੀ ਦਾਨ ਬਖਸ਼ਿਸ਼ ਕੀਤਾ। ਸਾਰਾ ਦੇਸ਼ ਸੁਖੀ ਹੋਇਆ। ਹਜ਼ੂਰ ਨੇ ਕਿਹਾ ਜਿਹਨਾਂ ਲੋਕਾਂ ਨੂੰ ਬੰਦੀ ਖਾਨੇ ਵਿੱਚ ਪਾਇਆ ਨਾ, ਪਹਿਲਾਂ ਉਹਨਾਂ ਨੂੰ ਛੁਡਾ। ਇਸ ਨੇ ਝੱਟ ਹੁਕਮਨਾਮੇ ਦਿੱਤੇ ਜਾ ਕਰਕੇ ਜਿੱਥੇ ਜਿੱਥੇ ਕੈਦ ਕੀਤੇ ਸੀ, ਸੋ ਇਸ ਪ੍ਰਕਾਰ ਜਿਹਨਾਂ ਕੋਲ ਤੁਹਾਡੇ ਕੋਲ ਧਨ ਦੌਲਤ ਮੈਨੂੰ ਦਿੰਦੇ ਕਿਉਂ ਨਹੀਂ। ਇਸ ਤਰੀਕੇ ਦੇ ਨਾਲ ਸਭਨਾਂ ਨੂੰ ਛੁਡਾਇਆ। ਹਜ਼ੂਰ ਕਹਿੰਦੇ ਨੇ ਆਹ ਜਿਹੜੇ 40 ਗੰਜ ਜੋੜੇ ਨੇ ਕੀ ਕਰੇਗਾ, ਨਾਲ ਨਹੀਂ ਜਾਣੇ। ਮਹਾਰਾਜ ਹੁਣ ਕੀ ਕਰਾਂ। ਕਹਿੰਦੇ ਲੰਗਰ ਲਾ ਅਤੇ ਗਰੀਬਾਂ ਨੂੰ ਵੰਡ, ਜਿੱਥੋਂ ਜਿੱਥੋਂ ਲੁੱਟੇ ਨਾ ਘਰਾਂ ਘਰਾਂ ਵਿੱਚ ਭੇਜ, ਗਰੀਬਾਂ ਦੀਆਂ ਅਸੀਸਾਂ ਲੈ, ਲੰਗਰ ਲਾ ਦੇ। ਕਹਿੰਦੇ ਸਭ ਸੂਬਿਆਂ ਵਿੱਚ ਲੰਗਰ ਲਾਏ। ਇਉਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਦਾ ਸਾਰਾ ਹੀ ਦੇਸ਼ ਜਿਹੜਾ ਨਾ ਉਹ ਸੁਖੀ ਕੀਤਾ। ਭਾਈ ਸਾਹਿਬ ਜੀ ਹੁਣਾਂ ਨੇ ਖੋਜ ਮੁਤਾਬਕ ਦੱਸਿਆ ਵੀ ਇਹ ਜਿਹੜਾ ਕਾਰੂ ਹੋਇਆ ਹੈ, ਇਹ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਇਆ ਹੈ। ਇਹ ਜਿਸ ਦਾ ਪ੍ਰਸੰਗ ਗੁਰੂ ਨਾਨਕ ਸਾਹਿਬ ਜੀ ਨਾਲ ਹੋਇਆ, ਉਹਦਾ ਨਾਮ ਸਾਡਾ ਇਸ ਤਰ੍ਹਾਂ ਕਰਕੇ ਆਇਆ ਹੈ। ਉਹ ਹੋਰ ਕੋਈ ਇਸ ਤਰੀਕੇ ਦੇ ਨਾਲ ਸੀ, ਜਿਹੜਾ ਇਸ ਤਰੀਕੇ ਦੇ ਸੁਭਾਅ ਵਾਲਾ ਸੀ ਅਤੇ ਕਾਰੂ ਕਹਿਲਾਉਂਦਾ ਸੀ। ਸਤਿਗੁਰੂ ਪਾਤਸ਼ਾਹ ਨੇ ਇਉਂ ਕਿਰਪਾ ਕਰਕੇ ਸਾਰਾ ਰਾਜੇ ਸਮੇਤ ਦੇਸ਼ ਗੁਰਸਿੱਖ ਬਣਾ ਕੇ ਬਖਸ਼ਿਸ਼ਾਂ ਕੀਤੀਆਂ। ਤੋ ਧਰਮਸਾਲ ਗੁਰਦੁਆਰਾ ਬਣਵਾ ਕਰਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਨਾਮ ਦਾ ਸਿਮਰਨ ਕਰਨਾ, ਸਤਸੰਗ ਕਰਨਾ, ਧਰਮ ਦੀ ਕਿਰਤ ਕਰਕੇ ਦਸਵੰਧ ਦੇ ਕਰਕੇ ਵੰਡ ਕੇ ਛਕਣਾ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਗੁਰਸਿੱਖੀ ਦਾ ਨਾਮਦਾਨ, ਇਸ਼ਨਾਨ ਦਾ ਉਪਦੇਸ਼ ਦ੍ਰਿੜ ਕਰਾ ਕੇ ਸਤਸੰਗਤ ਦਾ ਸੋ ਉੱਥੇ ਮਹਾਰਾਜ ਨੇ ਪ੍ਰਵਾਹ ਚਲਾਇਆ। ਜਿਸ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਅਗਲਾ ਪ੍ਰਸੰਗ ਸ਼ੁਰੂ ਕਰ ਰਹੇ ਹਨ। ਅੱਜ ਜਿੱਥੇ ਬੱਚੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ, ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਜਿਹੜੇ ਹਮੇਸ਼ਾ ਹੀ ਸਾਡੇ ਭਲੇ ਵਾਸਤੇ ਹਨ। ਆਓ ਪਿਆਰ ਪੂਰਵਕ ਧੰਨ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਮਹਾਰਾਜ ਦੀ ਬਰਕਤ ਬਖਸ਼ ਜੋ ਹੈ, ਤੋ ਜਿਵੇਂ ਗੁਰੂ ਸਾਹਿਬ ਨੇ ਵਰਤਾ ਕਰਕੇ ਅਨੇਕ ਵੱਡੇ ਵੱਡੇ ਪਾਪੀਆਂ ਦਾ ਉਧਾਰ ਕੀਤਾ ਹੈ, ਅਸੀਂ ਆਪਣੇ ਉਧਾਰ ਲਈ ਗੁਰੂ ਚਰਨਾਂ ਵਿੱਚ ਮਨ ਜੋੜਦੇ ਹੋ ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਜਗ ਮਗਾਤ ਜਗ ਤਾਰਨੀ। ਤੋ ਕਵੀ ਜੀ ਪ੍ਰਸੰਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬਾਣੀ ਦਾ ਤਥਾ ਸਰਸਤੀ ਦਾ ਮੰਗਲਾ ਕਰਨ ਕਰਦੇ ਹਨ। ਤੋ ਕਹਿੰਦੇ ਨੇ ਹੈ
ਕਵੀ ਜਨਾਂ ਦੀ ਰਸਨਾ ਤੇ ਸੁਫੁਰਨ ਕਰਾਉਣ ਵਾਲੀ ਰੱਬੀ ਸ਼ਕਤੀ ਬਾਣੀ ਰੂਪ ਜੋ ਹੈ, ਤੂੰ ਇਸ ਪ੍ਰਕਾਰ ਤੇਰੀ ਜੋਤ ਜਗਮਗ ਕਰਦੀ ਸੰਸਾਰ ਨੂੰ ਤਾਰਨ ਵਾਲੀ ਹੈ। ਜਗਤ ਬਿਖੇ ਜਿਹ ਜੋਤ, ਇਸ ਜਗਤ ਵਿੱਚ ਤੇਰੀ ਜੋਤ ਜਿਹੜੀ ਜਗਮਗ ਕਰਦੀ ਹੈ ਤੇ ਦੁਨੀਆ ਨੂੰ ਤਾਰਨ ਵਾਲੀ ਸ਼ਕਤੀ ਹੈ ਤੂੰ। ਜੈ ਜਾਲਪਾ ਜੈ ਕਰੀ, ਤੂੰ ਜਾਲਪਾ ਨਾਮ ਹੈ ਹੰਸ, ਤੂੰ ਹੰਸ ਦੀ ਸਵਾਰੀ ਕਰਨ ਵਾਲੀ ਹੈ। ਇਸ ਤੋਂ ਭਾਵ ਲਿਆ ਹੈ ਕਿ ਕਵੀ ਲੋਕਾਂ ਦੇ ਹਿਰਦੇ ਰੂਪ ਹੰਸ ਦੀ ਸਵਾਰੀ ਕਰਕੇ ਕਵਿਤਾ ਸਫੁਰਨ ਕਰਾਉਣ ਵਾਲੀ ਤੂੰ ਸਦਾ ਹੀ ਸੋ ਜਿੱਤ ਪ੍ਰਾਪਤ ਕਰਨ ਵਾਲੀਆਂ ਤੇ ਜਿੱਤ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਕੀਜੈ ਸੁਮਤ ਉਦੋਤ, ਤੇ ਕਿਰਪਾ ਕਰ ਮੇਰੀ ਸੋਹਣੀ ਮਤ ਪ੍ਰਗਟ ਕਰ ਤਾਂ ਕਿ ਮੈਂ ਸਤਿਗੁਰਾਂ ਦਾ ਇਤਿਹਾਸ ਜਿਹੜਾ ਉਸ ਨੂੰ ਲਿਖ ਸਕਾਂ। ਸ੍ਰੀ ਬਾਲਾ ਸੰਦਰ ਬਾਚ, ਬਾਲਾ ਜੀ ਸੰਧੂ ਗੋਤ ਵਾਲੇ ਆਵਾਜ਼ ਕਥਨ ਕਰਦੇ ਹਨ, ਸੁਣੋ। ਚਉਪਈ ਸ੍ਰੀ ਅੰਗਦ ਸੁਨੀਏ ਸੁਖਦਾਨੀ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ। ਭਾਈ ਬਾਲਾ ਜੀ ਕਹਿੰਦੇ ਧੰਨ ਗੁਰੂ ਅੰਗਦ ਦੇਵ ਸਭ ਸੁੱਖਾਂ ਦੇ ਦਾਤਾ ਜੀ, ਸੁਣੋ ਗੁਰੂ ਨਾਨਕ ਦੀ ਕਥਾ। ਆਗੇ ਗਮਨ ਕੀਨ ਗੁਣ ਖਾਨੀ, ਮੇਰੇ ਸਤਿਗੁਰੂ ਜੀ ਨੇ ਇਉਂ ਉਸ ਪਾਪੀ ਰਾਜੇ ਨੂੰ ਜਨ ਮਾਨਸ ਤੇ ਦੇਵਤੇ ਕੀਏ, ਕਿਹੋ ਜਿਹਾ ਸੀ, ਦੇਵਤਾ ਬਣਾ ਦਿੱਤਾ। ਮਹਾਰਾਜ ਕਿਰਪਾ ਕਰਕੇ ਤਾਰਿਆ। ਉਸ ਤੋਂ ਅੱਗੇ ਚੱਲੇ ਸਤਿਗੁਰੂ ਜੀ। ਹਬਸੁ ਵਿਲਾਇਤ ਗਏ ਦਇਆਲਾ, ਹੁਣ ਦਿਆਲੂ ਸਤਿਗੁਰੂ ਪਾਤਸ਼ਾਹ ਜੀ ਇੱਕ ਹਬਸ ਵਿਲਾਇਤ ਕਹਾਉਂਦੀ ਹੈ, ਇਲਾਕਾ ਹੈ, ਦੇਸ਼ ਹਬਸ ਉਹਦਾ ਨਾਂ। ਉਸ ਇਲਾਕੇ 'ਚ ਗਏ ਹਨ। ਪਾਤਸ਼ਾਹ ਤਹ ਦੁਸ਼ਟ ਵਿਸਾਲਾ, ਇੱਥੇ ਦਾ ਰਾਜਾ ਵੀ ਬੜਾ ਪਾਪੀ ਸੀ, ਦੁਸ਼ਟ ਸੀ, ਪਾਪੀ ਸੀ। ਹਿੰਦੂ ਨਰ ਤਿਹ ਦੇਸ ਜੇ ਆਵੈ, ਜਿਹੜਾ ਵੀ ਕੋਈ ਹਿੰਦੂ ਲੋਕ ਮੁਸਲਮਾਨ ਸੀ, ਕੋਈ ਹਿੰਦੂ ਬੰਦਾ ਉਹਨਾਂ ਦੇ ਰਾਜ 'ਚ ਚਲਾ ਜਾਂਦਾ ਜੋ ਗਹਿ ਤਾਹੇ ਜਮ ਧਾਮ ਪਠਾਵੈ, ਉਸ ਨੂੰ ਪਕੜ ਕਰਕੇ ਤੇ ਜਮ ਧਾਮ ਮਾਰ ਦਿੰਦਾ ਸੀ, ਉਸ ਦਾ ਵਿਨਾਸ਼ ਕਰ ਦਿੰਦਾ ਸੀ। ਤਿਸ ਕੀ ਧੂਮ ਪ੍ਰਗਟ ਭਈ ਸਾਰੇ, ਹੁਣ ਉਹਦੀ ਮਸ਼ਹੂਰੀ ਸਾਰੇ ਇਲਾਕਿਆਂ 'ਚ ਰਾਜਾਂ ਵਿੱਚ ਹੋ ਗਈ ਵੀ ਉਸ ਰਾਜ 'ਚ ਨਾ ਜਾਇਓ ਕੋਈ ਹਿੰਦੂ ਬੰਦਾ, ਉਹ ਤੇ ਉਦੋਂ ਹੀ ਮਾਰ ਦਿੰਦਾ ਦੇਖਦਿਆਂ ਸਾਰ। ਜੋ ਹਿੰਦੂ ਪਾਵਹਿ ਤਿਹ ਮਾਰੇ, ਜਿਸ ਨੂੰ ਵੀ ਹਿੰਦੂ ਪ੍ਰਾਪਤ ਕਰਦਾ ਵੀ ਹਿੰਦੂ ਕੋਈ ਆ ਗਿਆ ਰਾਜ, ਉਹਨੂੰ ਮਾਰ ਦਿੰਦਾ, ਐਡੀ ਨਫ਼ਰਤ ਉਹਦੇ ਮਨ ਵਿੱਚ ਹੈ। ਪਹੁੰਚੇ ਸਤਿਗੁਰ ਨਾਮ ਜਪਾਵਨ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਮਨ 'ਚ ਤਰਸ ਆਇਆ, ਇਹਨੂੰ ਨਾਮ ਜਪਾਈ। ਧੰਨ ਗੁਰੂ ਨਾਨਕ ਪਾਤਸ਼ਾਹ ਗਰੀਬ ਨਵਾਜ ਇਸ ਨੂੰ ਨਾਮ ਜਪਾਉਣ ਵਾਸਤੇ ਮਹਾਰਾਜ ਚਲੇ ਗਏ ਹਨ। ਏਡੇ ਚਲਤ ਸੂਦ ਮਗ ਪਾਵਨ, ਹਜੂਰ ਕਹਿੰਦੇ ਮਨੁੱਖਾ ਸਰੀਰ ਬਖਸ਼ਿਆ ਤੇ ਸੀ ਪਰਮੇਸ਼ਵਰ ਦੇ ਸਿੱਧੇ ਰਾਹ ਤੇ ਚੱਲਣ ਲਈ। ਇਹ ਟੇਢੇ ਰਾਹ ਤੇ ਚੱਲਿਆ ਹੋਇਆ, ਇਹਨੂੰ ਸਿੱਧੇ ਰਾਹ ਪਾਈਏ। ਕਰਤ ਕੁਕਰਮ ਸੇ ਸਰਬ ਹਟਾਵਨ, ਚਾਹੁੰਦੇ ਹਨ ਸਤਿਗੁਰੂ ਪਾਤਸ਼ਾਹ ਮਾੜੇ ਕਰਮਾਂ 'ਚ ਪੈ ਗਿਆ, ਮਨੁੱਖਾ ਜਨਮ ਬਖਸ਼ਿਆ ਹੈ, ਦੁਰਲੱਭ ਦੇਹ ਹੈ, ਪਰ ਇਸ ਨੂੰ ਇਹ ਨਿਸਫਲ ਗਵਾ ਰਿਹਾ, ਸਫਲ ਕਰੀਏ। ਨੀਕੋ ਧਰਮ ਉਪਦੇਸ਼ ਦ੍ਰਿੜਾਵਨ, ਨੀਕੋ ਮੈਨੇ ਸੋਹਣਾ ਸੁੰਦਰ ਧਰਮ ਦਾ ਉਪਦੇਸ਼, ਇਸ ਨੂੰ ਪੱਕਾ ਕਰਾਉਣ ਵਾਸਤੇ, ਪਰਪੱਕ ਕਰਾਉਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਗਏ ਹਨ। ਦੋਹਰਾ ਤਿਹ ਛਨ ਖਿਲਕ ਆਕਾਸ਼ ਤੇ, ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਦੀ ਰਾਜਧਾਨੀ ਦੇ ਨੇੜੇ ਜਾ ਕੇ ਸਾਂਝੇ ਥਾਂ ਤੇ ਬੈਠ ਗਏ, ਤਾਂ ਕਵੀ ਜੀ ਲਿਖਦੇ ਨੇ ਆਕਾਸ਼ ਮੰਡਲ ਵਿੱਚ ਪਰਮੇਸ਼ਰ ਰੂਪ ਹਨ। ਇੱਕ ਸੋਹਣਾ ਸੁੰਦਰ ਚੋਲਾ ਜਿਹੜਾ ਹੈ ਗੁਰੂ ਸਾਹਿਬ ਨੂੰ ਉਤਰਿਆ ਹੈ। ਉਤਰਿਓ ਗੁਰ ਢਿਗ ਆਏ, ਗੁਰੂ ਸਾਹਿਬ ਦੇ ਕੋਲ ਸੋਹਣਾ ਸੁੰਦਰ ਇੱਕ ਚੋਲਾ ਆਇਆ ਹੈ। ਰੰਗ ਨਾ ਜਾਣਿਓ ਜਾਵਹੀ, ਹੁਣ ਇਹਦਾ ਰੰਗ ਇਹੋ ਜਿਹਾ ਵੀ ਜਾਣਿਆ ਨਹੀਂ ਜਾਂਦਾ ਕਿਹੋ ਜਿਹਾ ਰੰਗ ਹੈ। ਭਾਵ ਜਿਹਦੇ ਅਨੇਕ ਰੰਗ ਨੇ, ਜਰਾ ਹਿਲਦਾ ਹੈ ਜਾਂ ਜਰਾ ਧੁੱਪ ਦੀ ਚਮਕ ਪੈਂਦੀ ਹੈ, ਰੰਗ ਬਦਲਦੇ ਨੇ। ਇਹਦਾ ਰੰਗ ਅਚਰਜ ਹੈ। ਅਚਰਜ ਬਨਿਓ ਬਨਾਏ, ਇਹਦੀ ਬਨਾਵਟ ਵੀ ਬੜੀ ਅਚਰਜ ਹੈ, ਕੋਈ ਜਾਣ ਨਹੀਂ ਸਕਦਾ ਵੀ ਕਿਹੋ ਜਿਹਾ ਤੇ ਕਿਹੜੇ ਕੱਪੜੇ ਦਾ ਬਣਿਆ ਹੋਇਆ ਹੈ। ਚਉਪਈ ਸਰਬ ਭਾਂਤ ਤੇ ਭਾਂਤ ਕੇ ਲਖੀਏ ਅੱਖਰ, ਸਭ ਤਰੀਕਿਆਂ ਦੇ ਅੱਖਰ ਇਸ ਚੋਲੇ ਦੇ ਉੱਤੇ ਲਿਖੇ ਹੋਏ ਸਨ। ਹਿੰਦਵੀ ਬਹੁਰ ਪਾਰਸੀ ਤਾਂ ਪਰ, ਤੋ ਕਹਿੰਦੇ ਨੇ ਹਿੰਦੂਆਂ ਦੇ ਹਿੰਦੀ ਦੇ ਅੱਖਰ, ਫਾਰਸੀ ਦੇ ਅੱਖਰ, ਸੰਸਕ੍ਰਿਤ ਫਾਰਸੀ ਆਦਿਕ ਲਿਖੀ ਹੋਈ ਸੀ। ਅਰਬੀ ਔਰ ਤੋਰ ਕੀ ਜੋਏ, ਤੋ ਅਰਬੀ ਜ਼ੁਬਾਨ, ਤੋਰਕੀ ਜ਼ੁਬਾਨ, ਇਹ ਸਾਰੀ ਤੁਰਕਾਂ ਦੀ ਲਿਖੀ ਹੋਈ ਹੈ। ਸੰਸਕ੍ਰਿਤੀ ਜੋ ਅੱਖਰ ਸੋਏ, ਸੰਸਕ੍ਰਿਤ ਆਦਿ ਦੇ ਅੱਖਰ ਜਿਹੜੇ ਹਨ ਉਹ ਵੀ ਲਿਖੇ ਹੋਏ ਹਨ। ਸੋ ਖਿਲ ਕਾਲੇ ਗੁਰ ਪਾਇਓ, ਤੋ ਸਤਿਗੁਰੂ ਪਾਤਸ਼ਾਹ ਨੇ ਉਹ ਲਿਆ ਚੋਲਾ ਜਿਹੜਾ ਸੀ ਗਲ ਵਿੱਚ ਪਾ ਲਿਆ। ਰੰਗ ਕੁਦਰਤੀ ਅਦਕ ਸੁਹਾਇਓ, ਬੜਾ ਸੋਭਨੀਕ ਹੈ, ਕੁਦਰਤੀ ਰੰਗ ਹੈ, ਅਚਰਜ ਰੂਪ ਹੈ ਇਸ ਦਾ। ਜਿਹ ਪੁਰ ਵਿਖੇ ਰਹੇ ਅਵਨੀਪਾ, ਜਿਸ ਪੁਰੀ ਸ਼ਹਿਰ ਦੇ ਵਿੱਚ ਰਾਜਾ ਰਹਿੰਦਾ ਸੀ, ਬੈਠੇ ਤਿਹ ਕੇ ਜਾਏ ਸਮੀਪਾ, ਉਸ ਸ਼ਹਿਰ ਦੇ ਨੇੜੇ ਗੁਰੂ ਸਾਹਿਬ ਜਾ ਕੇ ਬੈਠ ਗਏ ਹਨ। ਜਬ ਨਰ ਨਿਕਸ ਵਿਲੋਕਿਓ ਆਈ, ਜਦੋਂ ਲੋਕਾਂ ਨੇ ਸੋ ਨਗਰੀ ਤੋਂ ਬਾਹਰ ਨਿਕਲੇ ਨੇ, ਗੁਰੂ ਸਾਹਿਬ ਨੂੰ ਵੇਖਿਆ ਜਦੋਂ ਆਣ ਕੇ, ਰਹੇ ਵਿਸ਼ਾਲ ਹਿਰਦੇ ਬਿਸਮਾਈ, ਬਹੁਤ ਹੈਰਾਨ ਹੋ ਗਏ ਹਨ ਗੁਰੂ ਸਾਹਿਬ ਨੂੰ ਤੱਕ ਕੇ। ਪ੍ਰਗਟ ਨਗਰ ਮਹਿ ਜਬ ਸੁਧ ਹੋਈ, ਜਦੋਂ ਇਸ ਨਗਰੀ ਦੇ ਵਿੱਚ ਸਾਰੇ
ਇਹ ਖਬਰ ਪ੍ਰਗਟ ਹੋ ਗਈ ਹੈ। ਧਾਏ ਧਾਏ ਦੇਖੇ ਸਭ ਤੇ ਕੋਈ, ਭੱਜ ਭੱਜ ਕੇ ਲੋਕ ਦੇਖਣ ਆਉਂਦੇ ਨੇ ਕਿਹੋ ਜਿਹਾ ਫਕੀਰ ਆਇਆ ਹੈ। ਕਹਿੰਦੇ ਉਸ ਦਾ ਚੋਲਾ ਬੜਾ ਆਸ਼ਚਰਜ ਹੈ, ਉਹ ਫਕੀਰ ਬੜਾ ਆਸ਼ਚਰਜ ਰੂਪ ਹੈ। ਪਾਤਸ਼ਾਹ ਕੇ ਜਾਏ ਅਗਾਰੀ, ਇਹਨਾਂ ਲੋਕਾਂ ਨੇ ਜਾ ਕੇ ਇਸ ਬਾਦਸ਼ਾਹ ਦੇ ਅੱਗੇ ਨਰਨ ਸੁਨਾਏ ਦੀਨ ਸੁਧ ਸਾਰੀ। ਸਾਰੀ ਖਬਰ ਜਾ ਕਰਕੇ ਇਹਦਾ ਨਾਮ ਲਾਜਵਰਦ ਅੱਗੇ ਆਉਂਦਾ। ਇਹ ਰਾਜਾ ਹਬਸ਼ ਮਲੈਦ ਦਾ ਰਾਜਾ ਹੈ। ਬਾਹਰ ਇੱਕ ਆਇਓ ਦਰਵੇਸਾ, ਜਾ ਕੇ ਕਿਹਾ ਜੀ ਬਾਹਰ ਇੱਕ ਫਕੀਰ ਆਇਆ ਹੈ। ਸੁਨਿਓ ਨਾ ਪਿਖਿਓ ਖਿਲਕ ਗਰ ਐਸਾ, ਇਹੋ ਜਿਹਾ ਖਿਲਕ ਗਲ ਵਿੱਚ ਚੋਲਾ ਪਾਇਆ ਉਹਨਾਂ ਦੇ। ਸੋ ਕਹਿੰਦੇ ਨਾ ਕਦੇ ਸੁਣਿਆ ਤੇ ਨਾ ਕਦੇ ਵੇਖਿਆ ਹੀ, ਆਸ਼ਚਰਜ ਐਸਾ ਹੈ। ਕੁਰਾਨ ਕੇ 30 ਸੁਪਾਰੇ, ਤੇ ਕੁਰਾਨ ਦੇ 30 ਸਿਪਾਰੇ ਭਾਵ ਕਿ 30 ਉਹਦੇ ਕਾਂਡ ਨੇ ਜਿਹੜੇ ਉਹ ਸਾਰੇ ਲਿਖੇ ਹੋਏ ਨੇ। ਤਾਂ ਪਰ ਲਿਖ ਰਾਖੇ ਹੈ ਸਾਰੇ, ਤੇ ਸਾਰੇ ਚੋਲੇ ਤੇ ਲਿਖੇ ਹੋਏ ਹਨ। ਅਛਰ 5 ਪ੍ਰਕਾਰ ਹੈ ਜੋ, 5 ਪ੍ਰਕਾਰ ਦੇ ਅੱਖਰ ਵਿਦਿਆ ਦੇ ਸਾਰੇ ਲਿਖੇ ਹੋਏ ਨੇ। ਲਿਖੇ ਸਰਬ ਨੀਕੀ ਬਿਦ ਸੋ, ਸੋਹਣੇ ਤਰੀਕੇ ਨਾਲ ਜੀ ਉਹਦੇ ਉੱਤੇ ਲਿਖੇ ਹੋਏ ਹਨ, ਉਕਰੇ ਹਨ। ਦੋਹਰਾ ਸੁਨਿਓ ਸਰੋਨ ਪਾਤਸ਼ਾਹ, ਜਦੋਂ ਬਾਦਸ਼ਾਹ ਨੇ ਕੰਨਾਂ ਵਿੱਚ ਸੁਣਿਆ ਤਬ ਲੀਨ ਵਜ਼ੀਰ ਬੁਲਾਏ, ਝੱਟ ਆਪਣੇ ਵਜ਼ੀਰਾਂ ਨੂੰ ਆਪਣੀ ਸਭਨ ਬੁਲਾਇਆ ਹੈ। ਬਾਹਰ ਇੱਕ ਦਰਵੇਸ਼ ਹੈ, ਹੁਕਮ ਕੀਤਾ ਇੱਕ ਫਕੀਰ ਹੈ ਬਾਹਰ ਆਇਆ ਹੋਇਆ। ਖਿਲਕ ਉਤਾਰ ਹੋ ਜਾਏ, ਕਹਿੰਦੇ ਬੜੀ ਆਸ਼ਚਰਜ ਖਿਲਕ ਉਸਨੇ ਚੋਲਾ ਪਾਇਆ ਗਲ ਵਿੱਚ, ਜਿੱਥੇ ਕੁਰਾਨ ਸਿਰਫ ਸਾਡਾ ਲਿਖਿਆ ਹੋਇਆ, ਬਾਕੀਆਂ ਨਾਲ ਨਹੀਂ, ਉਹਦੇ ਨਾਲ ਲਗਾਓ ਤਾਂ ਹੈ ਹੀ ਸੀ ਨਾ। ਕਹਿੰਦੇ ਇਸ ਕਰਕੇ ਜਾ ਕੇ ਉਹਦੇ ਗਲੋਂ ਚੋਲਾ ਲਾ ਲਓ ਤੁਸੀਂ। ਚੌਪਈ ਆਇਸਮਾਨੀ ਚੱਲਿਓ ਵਜ਼ੀਰੰ, ਤੋ ਵਜ਼ੀਰਾਂ ਨੇ ਹੁਕਮ ਮੰਨਿਆ, ਚੱਲ ਪਏ ਹਨ। ਆਇਓ ਸ੍ਰੀ ਨਾਨਕ ਕੇ ਤੀਰੰ, ਸਾਹਿਬ ਗੁਰੂ ਨਾਨਕ ਸਾਹਿਬ ਦੇ ਕੋਲ ਆ ਗਏ ਹਨ। ਠਾਂਡੇ ਹੋਵੇ ਕਰ ਗਿਰਾ ਉਚਾਰੀ, ਖੜੇ ਹੋ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਇਹਨਾਂ ਨੇ, ਦੇਹੋ ਖਿਲਕਾ ਦਰਵੇਸ਼ ਉਤਾਰੀ, ਇਹ ਫਕੀਰ ਜੀ ਆ ਜਿਹੜਾ ਚੋਲਾ ਗਲ ਚ ਪਾਇਆ ਨਾ ਇਹ ਉਤਾਰ ਦਿਓ, ਗਲ ਤੋਂ ਸਾਨੂੰ ਦੇ ਦਿਓ। ਪਾਤਸ਼ਾਹ ਮਗਵਾਵਤ ਪਾਸੂ, ਸਾਡਾ ਰਾਜਾ ਬਾਦਸ਼ਾਹ ਲਾਜਵਰਦ ਮੰਗਾਉਂਦਾ ਹੈ ਜੀ ਇਹ। ਹੁਕਮ ਨਾ ਮੋਰੋ ਦੇ ਦੁਖ ਰਾਸੂ, ਦੇਖੋ ਜੀ ਹੁਕਮ ਨਾ ਮੋੜੋ, ਇਸ ਰਾਜੇ ਦਾ ਬੜਾ ਜ਼ਾਲਮ ਹੈ, ਦੁੱਖ ਬਹੁਤ ਦਊਗਾ ਤੁਹਾਨੂੰ। ਸੁਨ ਕੇ ਸ੍ਰੀ ਗੁਰ ਬੈਨ ਉਚਾਰੇ, ਧੰਨ ਸ਼ਹਿਨਸ਼ਾਹ ਪਿਤਾ ਗੁਰੂ ਨਾਨਕ ਸਾਹਿਬ ਨੇ ਸੁਣ ਕੇ ਵਜ਼ੀਰਾਂ ਦੇ ਬਚਨ ਤੇ ਹਜੂਰ ਨੇ ਅੱਗੋਂ ਫਿਰ ਬੜੇ ਪ੍ਰੇਮ ਦੇ ਨਾਲ ਬਚਨ ਕੀਤਾ। ਕਹਿੰਦੇ ਹਨ ਜੇ ਉਤਰੈ ਤੋ ਲਿਹੋ ਉਤਾਰੇ, ਚੰਗਾ ਭਾਈ ਜੇ ਉਤਰਦਾ ਤੇ ਉਤਾਰ ਲਓ, ਜੇ ਉਤਾਰਨ ਆਇਓ ਤੇ ਉਤਾਰ ਲਓ ਫਿਰ ਚੋਲਾ ਤੁਸੀਂ। ਮਿਲ ਕਰ ਸਭੇ ਉਤਾਰਨ ਆਏ, ਤੇ ਮਿਲ ਕਰਕੇ ਗੁਰੂ ਦੇ ਗਲੋਂ ਚੋਲਾ ਉਤਾਰਨ ਲੱਗੇ ਹਨ ਵਜ਼ੀਰ। ਉਤਰਿਓ ਨਹੀਂ ਜੋਰ ਬਹੁ ਲਾਏ, ਹੁਣ ਇਹ ਸਾਰਾ ਕੁਦਰਤੀ ਕ੍ਰਿਸ਼ਮਾ ਸੀ। ਕਹਿੰਦੇ ਜ਼ੋਰ ਲਾਇਆ, ਹੁਣ ਇਹਨਾਂ ਕੋਲ ਕੋਈ ਲਾਉਣ ਦਾ ਤਰੀਕਾ ਹੀ ਨਹੀਂ ਬਣਦਾ, ਲੱਥਾ ਨਹੀਂ ਇਹਨਾਂ ਕੋਲ ਗੁਰੂ ਦੇ ਕੋਲੋਂ ਚੋਲਾ। ਖਿੰਚਿਓ ਖਿੰਚੇ ਨਾ ਪਾਟਿਓ ਪਟ ਹੈ, ਜੇ ਖਿੱਚਿਆ ਖਿੱਚਦੇ ਨੇ ਖਿੱਚਿਆ ਨਹੀਂ ਜਾਂਦਾ, ਜੇ ਪਾੜਦੇ ਨੇ ਪਾੜ ਕੇ ਨਹੀਂ ਲੱਥਦਾ ਹੈ ਗਲੋਂ। ਅਚਰਜ ਭਏ ਲੋਕ ਸਭ ਲਟ ਹੈ, ਤੋ ਸਾਰੇ ਹੀ ਕਹਿੰਦੇ ਆਸ਼ਚਰਜ ਹੋ ਕੇ ਹੈਰਾਨ ਹੋ ਕਰਕੇ ਮੁੜ ਗਏ ਵਾਪਸ। ਸਾਹ ਸੁਨੀ ਇਹ ਬਿਦ ਸੁਧ ਜਬ ਹੀ, ਜਦੋਂ ਇਹ ਖਬਰ ਰਾਜੇ ਨੇ ਸੁਣੀ ਹੈ ਤਾਂ ਕਿਉ ਕੀਓ ਕਰੋਧ ਬੋਲਿਓ ਬਚ ਤਬ ਹੀ, ਬੜਾ ਗੁੱਸੇ ਵਿੱਚ ਆ ਗਿਆ। ਤਾਂ ਉਸ ਵੇਲੇ ਕ੍ਰੋਧ ਦੇ ਨਾਲ ਬਚਨ ਕੀਤਾ, ਕਹਿਣ ਲੱਗਾ ਜਾਮਹਿ ਸਭ ਹਿੰਦੂ ਕੇ ਲੱਛਣ, ਕਹਿੰਦੇ ਵੀ ਮੈਂ ਦੇਖ ਰਿਹਾ ਜਿਵੇਂ ਸੁਣਿਆ ਵੀ ਉਹਨਾਂ ਵਿੱਚ ਹਿੰਦੂਆਂ ਵਾਲੇ ਲੱਛਣ ਨੇ, ਮੁਸਲਮਾਨ ਤਾਂ ਹੈ ਨਹੀਂ ਉਹ, ਇਸ ਵਾਸਤੇ ਡੁੱਬੋ ਅਬ ਕੇ ਜਾਏ ਵਿਚਛਣ, ਜਾਓ ਤੁਸੀਂ ਬੜੇ ਵਿਚਛਣ ਸਿਆਣੇ ਹੋ, ਫੜ ਕਰਕੇ ਪਕੜ ਕੇ ਡੂੰਘੇ ਪਾਣੀ ਵਿੱਚ ਡੋਬ ਦਿਓ ਉਹਨਾਂ ਦੇ ਤਾਈਂ। ਦੋਹਰਾ ਸੁਨ ਵਜ਼ੀਰ ਗੁਰ ਢਿਗ ਆਇਓ, ਤੋ ਵਜ਼ੀਰ ਸੁਣ ਕਰਕੇ ਆ ਗਿਆ ਹੈ ਮਹਾਰਾਜ ਦੇ ਕੋਲ। ਅਤ ਸਹਿ ਰਿਸ ਕਰ ਸੋਏ, ਤੋ ਬੜਾ ਹੀ ਕ੍ਰੋਧ ਵਿੱਚ ਆਇਆ ਹੈ ਰਾਜੇ ਦਾ ਹੁਕਮ ਸੁਣ ਕੇ। ਗਹਿ ਗੰਭੀਰ ਸਰਤਾ ਬਿਖੈ, ਨਦੀ ਚੱਲਦੀ ਸੀ, ਬੜੇ ਡੂੰਘੇ ਪਾਣੀ 'ਚ ਲਾ ਗਏ ਪਕੜ ਕੇ ਬਹੁਤ ਸਾਰੇ। ਡਾਰ ਦਿਓ ਬਹੁ ਲੋਏ, ਤੇ ਬਹੁਤ ਲੋਕਾਂ ਨੇ ਫੜ ਕੇ ਡੂੰਘੇ ਪਾਣੀ 'ਚ ਗੁਰੂ ਨਾਨਕ ਨੂੰ ਸੁੱਟ ਦਿੱਤਾ, ਡੋਬ ਦਿੱਤਾ। ਚੌਪਈ ਸੋ ਖਿਲਕਾ ਭੀਜਤ ਨਹਿ ਭਇਓ, ਹੁਣ ਉਹ ਚੋਲਾ ਜਿਹੜਾ ਉਹ ਪਾਣੀ 'ਚ ਭਿੱਜਿਆ ਹੀ ਨਹੀਂ। ਕੌਣ ਡੋਬ ਸਕਦਾ ਮੇਰੇ ਗੁਰੂ ਨਾਨਕ ਨੂੰ, ਸਾਰੀ ਦੁਨੀਆ ਨੂੰ ਤਾਰਨ ਵਾਲੇ ਹਨ। ਕਹਿੰਦੇ ਉਹ ਚੋਲਾ ਹੀ ਨਹੀਂ ਭਿੱਜਿਆ ਇਹਨਾਂ ਕੋਲੋਂ। ਕੰਨ ਕੋ ਨੀਰ ਨਾ ਤਾਂ ਕੋ ਛੋਇਓ, ਤੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕਿਣਕਾ ਵੀ ਪਾਣੀ ਦਾ ਛੋਇਆ ਹੀ ਨਹੀਂ, ਸਾਰੇ ਹੁਕਮ ਵਿੱਚ ਹਨ ਸਤਿਗੁਰਾਂ ਦੇ। ਨਿਕਸ ਨਦੀ ਤੇ ਗੁਨੀ ਗਹੀਰਾ, ਇਹਨਾਂ ਨੇ ਡੂੰਘੇ ਪਾਣੀ 'ਚ ਸੁੱਟਿਆ ਹੈ, ਮੇਰੇ ਸਤਿਗੁਰੂ ਨਦੀ 'ਚੋਂ ਨਿਕਲ ਕਰਕੇ ਬਾਹਰ ਆ ਗਏ ਹਨ। ਬੈਠੇ ਬਾਹਰ ਤਸੀ ਕੇ ਤੀਰਾ, ਉਸੇ ਨਦੀ ਦੇ ਕਿਨਾਰੇ ਮੇਰੇ ਗੁਰੂ ਨਾਨਕ ਸਾਹਿਬ ਜੀ ਬੈਠ ਗਏ। ਪਿਖੈ ਤਮਾਸੋ ਨਰ ਤਿਹ ਕਾਲਾ, ਇਹ ਸਾਰੇ ਲੋਕ ਇਹ ਤਮਾਸ਼ਾ ਵੇਖਦੇ ਵੀ ਕੀ ਖੇਡ ਹੈ ਇਹ। ਇਸੇ ਤਰ੍ਹਾਂ ਪਤਾ ਲੱਗਦਾ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨਾਲ ਵੀ ਇਸੇ ਤਰ੍ਹਾਂ ਜਦੋਂ ਨਦੀ ਕਿਨਾਰੇ ਬੈਠੇ ਉਹਨਾਂ ਪਠਾਣਾ ਲੋਕਾਂ ਨੇ ਵੀ ਇਦਾਂ ਕੀਤਾ ਸੀ।
ਤੇ ਗੁਰੂ ਨਾਨਕ ਨੇ ਉਹ ਹੀ ਰੱਖਿਆ ਕਰੀ ਸੀ। ਅਚਰਜ ਮਾਨਿਓ ਹਿਰਦੇ ਵਿਸਾਲਾ, ਬੜੇ ਭਾਰੀ ਹੈਰਾਨ ਹੋ ਗਏ, ਆਸ਼ਚਰਜ ਹੋ ਗਏ ਵੀ ਕੈਸੇ ਫਕੀਰ ਨੇ ਇਹ। ਪਾਤਸ਼ਾਹ ਕੋ ਖਬਰ ਸੁਨਾਈ, ਜਾ ਕਰਕੇ ਬਾਦਸ਼ਾਹ ਨੂੰ ਇਹ ਸਾਰੀ ਖਬਰ ਦੱਸੀ ਹੈ। ਬੂਡਤ ਨਹਿ ਬਹੁ ਕੀਨੋ ਪਾਈ, ਅਸੀਂ ਤਾਂ ਬਥੇਰੇ ਯਤਨ ਕੀਤੇ, ਉਹ ਨਹੀਂ ਪਾਣੀ 'ਚ ਡੁੱਬਦੇ, ਸਾਡੇ ਸਮਰੱਥਾ ਦੀ ਗੱਲ ਨਹੀਂ ਹੈ। ਸਾਹੇ ਕਹਿ ਪਾਵਕ ਮਹਿ ਜਾਰੋ, ਬਾਦਸ਼ਾਹ ਕਹਿੰਦਾ ਫਿਰ ਇੰਜ ਕਰੋ, ਅੱਗ ਵਿੱਚ ਸਾੜੋ, ਜੇ ਪਾਣੀ 'ਚ ਨਹੀਂ ਡੁੱਬਦੇ ਤਾਂ। ਦੇ ਕਾਸ਼ਟ ਬਹੁ ਉਪਰ ਡਾਰੋ, ਬਹੁਤ ਸਾਰੀਆਂ ਲੱਕੜੀਆਂ ਇਕੱਠੀਆਂ ਕਰਕੇ ਤੇ ਇਸ ਤਰੀਕੇ ਦੇ ਨਾਲ ਉਹਨਾਂ ਤੇ ਪਾ ਕਰਕੇ ਅੱਗ ਲਾਓ। ਸੁਨ ਵਜ਼ੀਰ ਤਬ ਬਹੁਰ ਸਿਧਾਰਾ, ਫਿਰ ਵਜ਼ੀਰ ਗਿਆ ਹੈ, ਜਾ ਕੇ ਉਸੇ ਤਰ੍ਹਾਂ ਕੀਤਾ। ਕਾਸ਼ਟ ਕੋ ਵੱਡ ਲਾਏ ਅੰਬਾਰਾ, ਲੱਕੜਾਂ ਦਾ ਢੇਰ ਲਾ ਲਿਆ ਹੈ ਗੁਰੂ ਸਾਹਿਬ ਦੇ ਕੋਲ। ਦੋਹਰਾ ਬੀਚ ਬਿਸਾਏ ਸਤਿਗੁਰੂ, ਵਿੱਚ ਗੁਰੂ ਸਾਹਿਬ ਨੂੰ ਪਕੜ ਕਰਕੇ ਬਿਠਾ ਲਿਆ ਹੈ। ਚਹੁ ਦਿਸ ਦੀਨ ਲਗਾਏ, ਚਾਰ ਛਿਪਰੇ ਲੱਕੜਾਂ ਲਾ ਕੇ ਅੱਗ ਲਾ ਦਿੱਤੀ ਹੈ। ਆਂਚ ਰੋਮ ਕੋ ਨਹਿ ਲੱਗੀ, ਧੰਨ ਮੇਰੇ ਗੁਰੂ ਨਾਨਕ ਸਾਹਿਬ ਦੇ ਇੱਕ ਰੋਮ ਨੂੰ ਵੀ ਸੇਕ ਨਹੀਂ ਲੱਗ ਸਕਿਆ। ਇਹ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਰਕਤ ਹੈ। ਇਸ ਪ੍ਰਕਾਰ ਜਲ ਨਹੀਂ ਡੋਬੈ ਤਸਕਰ ਨਹੀਂ ਲੈਵੈ, ਭਾਏ ਨਾ ਸਾਕੈ ਜਾਲੇ, ਗੁਰ ਕਾ ਬਚਨ ਬਸਾ ਜੀ ਨਾਲੇ। ਇਹ ਤੇ ਜਿਹੜੇ ਗੁਰੂ ਨਾਨਕ ਦਾ ਬਚਨ ਜਿਹਦੇ ਹਿਰਦੇ ਚ ਵਸ ਜੇ, ਉਹਦੇ ਨਾਲ ਮਹਾਰਾਜ ਬਖਸ਼ਿਸ਼ ਕਰਦੇ। ਤੇ ਆਪ ਗੁਰੂ ਨਾਨਕ ਸਾਹਿਬ ਨੇ ਕਹਿੰਦਾ ਇਹ ਕੋਈ ਚੀਜ਼ਾਂ ਜਿਹੜੀਆਂ ਨੇ ਨੁਕਸਾਨ ਕਰਦੀਆਂ। ਅਗਨ ਗਈ ਸਿਤ ਲਾਏ, ਤੋ ਜਿਹੜੀ ਅੱਗ ਸੀ ਠੰਡੀ ਹੋ ਗਈ। ਬਚਨ ਆਉਂਦੇ ਨੇ ਕਿ ਜਿਹੜਾ ਰਾਵਣ ਸੀ, ਇਹ ਜਿਹੜੇ ਸੀ ਦੇਵਤੇ, ਅਗਨ ਦੇਵਤਾ ਆਦਿਕ, ਉਹਦੀਆਂ ਰਸੋਈਆਂ ਪਕਾਉਂਦੇ ਫਿਰਦੇ ਸੀ। ਤੇ ਗੁਰੂ ਨਾਨਕ ਤਾਂ ਪਰਮੇਸ਼ਰ ਹਨ। ਚਉਪਈ ਕਾਸ਼ਟ ਭਸਮ ਭਏ ਤਿਸ ਥਾਈ, ਕਹਿੰਦੇ ਲੱਕੜਾਂ ਤਾਂ ਸੜ ਕੇ ਸੁਆਹ ਹੋ ਗਈਆਂ। ਸਤਿਗੁਰ ਬੈਠੇ ਬੀਚ ਸੁਹਾਈ, ਤੇ ਮੇਰੇ ਗੁਰੂ ਨਾਨਕ ਸਾਹਿਬ ਉਸੇ ਤਾਂ ਆਨੰਦ ਵਿੱਚ ਬੈਠੇ ਹਨ। ਸੁਨੀ ਖਬਰ ਕੋਪਾ ਪਤਸ਼ਾਹੂ, ਜਿਸ ਵੇਲੇ ਇਹ ਖਬਰ ਸੁਣੀ ਰਾਜੇ ਨੇ ਵੀ ਅੱਗ ਵਿੱਚ ਵੀ ਨਹੀਂ ਸਾੜੇ ਜਾ ਸਕੇ, ਬੜਾ ਕਹਿੰਦੇ ਕ੍ਰੋਧਵਾਨ ਹੋਇਆ। ਇਹੋ ਫਕੀਰ ਚੇਟਕੀ ਆਹੂ, ਕਹਿੰਦੇ ਇਹ ਕੋਈ ਫਕੀਰ ਜਿਹੜਾ ਚੇਟਕੀ ਭਾਈ ਜਾਦੂਗਰ ਹੈ ਕੋਈ। ਮਮ ਹਦੂਰ ਕਰ ਮਾਰੋ ਅਬ ਹੀ, ਕਹਿੰਦੇ ਹੁਣ ਮੈਂ ਦੇਖਦਾ, ਮੇਰੀ ਅੱਖਾਂ ਦੇ ਸਾਹਮਣੇ ਮਾਰੋ, ਹਾਂ ਦੇਖਦੇ ਕਿੱਦਾਂ ਨਹੀਂ ਮਰਦਾ। ਕਹਿੰਦੇ ਹੁਣ ਮੈਂ ਆਪ ਚੱਲ ਕੇ ਜਾਂਦਾ ਹਾਂ। ਹੱਸ ਕਹਿ ਚੱਲ ਆਇਓ ਢਿਗ ਤਬ ਹੀ, ਇਉਂ ਕਹਿ ਕਰਕੇ ਨਾ ਚੱਲ ਕੇ ਸਾਹਿਬ ਗੁਰੂ ਨਾਨਕ ਸਾਹਿਬ ਦੇ ਕੋਲ ਆਪ ਆ ਗਿਆ ਹੈ। ਬਹੁ ਪਾਹਨ ਕੇ ਤਰੇ ਦਬਾਇਓ, ਉਸ ਵੇਲੇ ਇਹ ਮੁਸਲਮਾਨਾਂ ਦੀ ਸ਼ਰ੍ਹਾ ਹੈ ਇੱਕ, ਕਹਿੰਦੇ ਨੇ ਵੀ ਸੰਗਸਾਰ ਕਰਦਾ। ਦੁਨੀਆ ਨੂੰ ਕਿਹਾ ਵੀ ਇਸ ਤਰ੍ਹਾਂ ਕਹਿੰਦੇ ਪੱਥਰ ਲਾਓ ਤੇ ਪੱਥਰ ਮਾਰ ਮਾਰ ਕਰਕੇ ਵਿੱਚੇ ਹੀ ਦੱਬ ਦਿਓ ਪੱਥਰਾਂ ਦੇ। ਕਹਿੰਦੇ ਇਉਂ ਮਹਾਰਾਜ ਨੂੰ ਪੱਥਰਾਂ 'ਚ ਦਬਾ ਦਿੱਤਾ ਹੈ। ਭਾਰ ਸਹਿਸ ਮਨ ਉਪਰ ਪਾਇਓ, ਹਜ਼ਾਰਾਂ ਮਣ ਕਹਿੰਦੇ ਪੱਥਰਾਂ ਦਾ ਭਾਰ ਗੁਰੂ ਸਾਹਿਬ ਦੇ ਉੱਪਰ ਪਾ ਦਿੱਤਾ ਸੁੱਟ ਸੁੱਟ ਕੇ ਇਹਨਾਂ ਨੇ। ਇਉਂ ਦਬਾਏ ਕਰ ਸਦਨ ਸੁਧਾਰੇ, ਤੇ ਇਉਂ ਆਪਣੀ ਵੱਲੋਂ ਤੇ ਗੁਰੂ ਸਾਹਿਬ ਦੇ ਪੱਥਰਾਂ 'ਚ ਦੱਬ ਦਿੱਤਾ। ਲੋ ਜੀ ਹੁਣ ਨਹੀਂ ਕਹਿੰਦੇ ਨੇ ਅਸੀਂ ਆਪਣਾ ਵਿਸ਼ਵਾਸ ਕਰ ਲਿਆ ਵੀ ਹੁਣ ਕੀ ਕਰਨਗੇ ਭਲਾ, ਤਾਂ ਕਹਿੰਦੇ ਸਾਰੇ ਘਰਾਂ ਨੂੰ ਚਲ ਗਏ। ਅਬ ਮਰ ਜੈ ਹੈ ਬਚਨ ਉਚਾਰੇ, ਕਹਿੰਦੇ ਹੁਣ ਮਰ ਗਏ ਨੇ, ਹੁਣ ਜਿਉਂਦੇ ਹੋਣਗੇ। ਹੋਰ ਭਈ ਪੁਨ ਤਿਸੀ ਸਥਾਨਾ, ਤੇ ਜਦੋਂ ਸਵੇਰ ਹੋਈ ਧੰਨ ਮੇਰੇ ਗੁਰੂ ਨਾਨਕ ਸਾਹਿਬ ਜੀ ਉਸੇ ਸਥਾਨ ਤੇ ਹੀ ਆਨ ਬਿਰਾਜੇ ਕਿਰਪਾ ਨਿਧਾਨਾ, ਉੱਥੇ ਹੀ ਬੈਠ ਗਏ ਜਿੱਥੇ ਸਾਥੀ ਬਾਲਾ ਮਰਦਾਨਾ ਬੈਠੇ ਸੀ, ਉਹਨਾਂ ਕੋਲ ਫੇਰ ਬੈਠ ਗਏ। ਨਰ ਬਲੋਕ ਹਿਰਦੇ ਬਿਸਮਾਏ, ਤੇ ਜਿਸ ਵੇਲੇ ਦੁਨੀਆ ਦੇ ਲੋਕਾਂ ਨੇ ਬਾਹਰ ਨਿਕਲ ਕਰਕੇ ਦੇਖਿਆ ਭਈ ਉਹ ਫਕੀਰ ਤਾਂ ਕਹਿੰਦੇ ਉਵੇਂ ਹੀ ਬੈਠਾ ਹੋਇਆ ਹੈ। ਜੋ ਹੈਰਾਨ ਹੋਏ ਦੇਖ ਕੇ, ਇਹ ਫਕੀਰ ਗਤ ਜਾਣ ਨਾ ਜਾਏ, ਕਹਿੰਦੇ ਇਸ ਫਕੀਰ ਦੀ ਗਤੀ ਨੂੰ ਨਹੀਂ ਸਮਝਿਆ ਜਾ ਸਕਦਾ, ਨਹੀਂ ਜਾਣ ਸਕਦੇ। ਪਾਤਸ਼ਾਹੇ ਕੇ ਜਾਏ ਅਗਾਰੀ, ਫਿਰ ਇਹਨਾਂ ਜਾ ਕਰਕੇ ਰਾਜੇ ਦੇ ਤਾਈਂ ਜਾ ਕਰਕੇ ਉਹਦੇ ਕੋਲ ਇਸੇ ਤਰ੍ਹਾਂ ਦੱਸਿਆ। ਸੁਧ ਮਾਨਵ ਨੇ ਤਬੇ ਉਚਾਰੀ, ਤਾਂ ਸਾਰੇ ਮਨੁੱਖਾਂ ਨੇ ਸਾਰੀ ਖਬਰ ਗੁਰੂ ਨਾਨਕ ਦੀ ਜਾ ਕੇ ਉਚਾਰ ਕੇ ਦੱਸੀ ਰਾਜੇ ਨੂੰ। ਜੈ ਸਾਥੀ ਜੁਗ ਤਿਹ ਥਾਂ ਬੈਸਾ, ਕਹਿੰਦੇ ਨੇ ਬਾਦਸ਼ਾਹ ਸਲਾਮਤ, ਉਹ ਫਕੀਰ ਤਾਂ ਜਿੱਥੇ ਦੋ ਸਾਥੀ ਬੈਠੇ ਉਹਨਾਂ ਕੋਲ ਉਦਾਂ ਹੀ ਬੈਠਾ ਹੋਇਆ, ਤੂੰ ਤੇ ਪੱਥਰਾਂ ਥੱਲੇ ਦੱਬ ਕੇ ਕਹਿੰਦਾ ਮੈਂ ਮਾਰ ਦਿੱਤਾ। ਚੱਕਰਤ ਭਇਓ ਬੈਨ ਸੁਨ ਐਸਾ, ਜਦੋਂ ਇਹ ਬਚਨ ਸੁਣਿਆ ਤੇ ਅੱਖਾਂ ਨਾਲ ਸਾਰਾ ਕੁਝ ਉਹਨੇ ਕੀਤਾ ਸੀ ਜ਼ੁਲਮ, ਤੇ ਕਹਿੰਦੇ ਫਿਰ ਹੈਰਾਨ ਹੋ ਗਿਆ, ਇਹਦਾ ਸਿਰ ਚਕਰਾ ਗਿਆ। ਉਸ ਵੇਲੇ ਇਸ ਨੂੰ ਭੈ ਆਇਆ ਹੈ, ਜਾਂ ਖੁਦਾਏ ਕਿਆ ਭਇਓ ਸਿਰਾਰਾ, ਉਸ ਵੇਲੇ ਕਹਿੰਦਾ ਵੀ ਜਾਂ ਖੁਦਾ ਇਹ ਕੀ ਸਰਾਰ ਜਾਦੂ ਹੋ ਗਿਆ, ਕੀ ਵਰਤਿਆ ਹੈ ਭਾਣਾ। ਤੋ ਕਹਿੰਦੇ ਇਉਂ ਦੇਖ ਕਰਕੇ ਰਾਜਾ ਜਿਹੜਾ ਹੈ ਨਾ ਖੁਦਾ ਨੂੰ ਯਾਦ ਕੀਤਾ, ਘਬਰਾ ਗਿਆ। ਮੰਤਰਨ ਮਿਲ ਕਰ ਕੀਨ ਉਚਾਰਾ, ਆਪਣੇ ਵਜ਼ੀਰਾਂ ਨੂੰ ਮਿਲਿਆ ਇਕੱਠੇ ਕਰਕੇ ਤੇ ਇਉਂ ਕਹਿਣ ਲੱਗਾ, ਸੁਣ ਜੇ ਬੈਠੇ ਤੇ ਢਿੱਗ ਦਨਾਏ। ਤੋ ਇਸ ਪ੍ਰਕਾਰ ਜਿਹੜੇ ਦਾਨੇ ਲੋਕ ਬੈਠੇ ਸੀ ਸਾਰਿਆਂ ਨੂੰ ਬੁਲਾ ਲਿਆ, ਤੇ ਵਿੱਚ ਸਿਆਣੇ ਬੰਦੇ ਵੀ ਹੁੰਦੇ, ਪਤਾ ਤਾਂ ਸੀ ਵੀ ਜ਼ਾਲਮ ਹੈ, ਇਹਨੇ ਮਨਮਰਜ਼ੀ ਕਰਨੀ ਹੈ। ਪਰ ਜਿਸ ਨੇ ਹੁਣ ਇਹਦਾ ਹੰਕਾਰ ਤੋੜਿਆ ਗੁਰੂ ਨਾਨਕ ਨੇ, ਪਾਣੀ ਵਿੱਚ ਨਹੀਂ ਡੁੱਬੇ, ਅੱਗ ਵਿੱਚ ਸੜੇ ਨਹੀਂ, ਪੱਥਰਾਂ ਦੀ ਮਾਰ ਵਿੱਚ ਗੁਰੂ ਮਰੇ ਨਹੀਂ। ਹੁਣ ਰਾਜਾ ਕਹਿੰਦਾ ਹੋਰ ਕਿਹੜਾ ਜ਼ੁਲਮ ਕਰ ਲਵਾਂ, ਭੈ ਕਰਕੇ ਡਰ ਕਰਕੇ, ਯਾ ਖੁਦਾ ਇਹ ਕੀ ਬਣਿਆ।
ਹੁਣ ਮੰਤਰੀਆਂ ਤੋਂ ਸਲਾਹ ਪੁੱਛਦਾ ਤੇ ਜਿਹੜੇ ਵਿੱਚ ਸਿਆਣੇ ਸੀ ਨਾ, ਉਹਨਾਂ ਯੋਗ ਸਮਝ ਜਾਣ ਕੇ ਫਿਰ ਸਲਾਹ ਦਿੱਤੀ। ਕਹਿਣ ਲੱਗੇ ਇਹ ਰੂਪ ਖੁਦਾਏ। ਕਹਿੰਦੇ ਰਾਜਾ, ਇਹ ਜਿਹੜੇ ਜਾਦੂਗਰ ਲੋਕ ਟੂਣੇ ਟਾਮਣਾ ਵਾਲੇ ਇੰਨਾ ਕੁਛ ਨਹੀਂ ਕਰ ਸਕਦੇ, ਇਹ ਨਿਸ਼ਚਾ ਹੈ। ਇਸ ਵਾਸਤੇ ਕੋ ਖੁਦਾ ਦਾ ਰੂਪ ਹਨ। ਔਰ ਨਮਹਿ ਅਜਮਤ ਨਹਿ ਏਤੀ। ਇੰਨੀ ਕਰਾਮਾਤ ਸ਼ਕਤੀ ਹੋਰ ਕਿਸੇ ਚ ਹੁੰਦੀ ਨਹੀਂ ਹੈ। ਤਿਹ ਪਦ ਪੂਜੋ ਸਰਦਾ ਸੇਤੀ। ਇੰਜ ਕਰ, ਤੂੰ ਜ਼ੁਲਮ ਕਰ ਲਿਆ ਬਹੁਤ, 3 ਵਾਰ ਕਰ ਲਏ ਗੁਰੂ ਨਾਨਕ ਤੇ। ਹੁਣ ਇੰਜ ਕਰ, ਹੁਣ ਗੁਰੂ ਨਾਨਕ ਦੇ ਚਰਨ ਫੜ ਕੇ ਬਖਸ਼ਾ ਲੈ, ਨਹੀਂ ਤੇ ਪਤਾ ਨਹੀਂ ਇਹੋ ਜਿਹਾ ਫਕੀਰ ਕੀ ਕੁਛ ਕਰਦੇ, ਕਿਤੇ ਰਾਜ ਭਾਗ ਗਰਕ ਨਾ ਕਰ ਦਵੇ। ਕਰ ਉਪਾਏ ਤੁਮ ਸਭ ਪਚਹਾਰੇ। ਤੂੰ ਤਾਂ ਹੁਣ ਸਾਰੇ ਜ਼ੁਲਮ ਦੇ ਯਤਨ ਕਰਕੇ ਹਾਰ ਚੁੱਕਾ ਹੈ। ਮਾਰਿਓ ਮਰਤ ਨਾ ਕਿਸੀ ਪ੍ਰਕਾਰੇ। ਹੁਣ ਕਿਸੇ ਤਰੀਕੇ ਨਾਲ ਤੇਰੇ ਮਾਰਿਆਂ ਤੇ ਮਰਦਾ ਨਹੀਂ, ਤੇ ਜਿਹੜਾ ਇਹੋ ਜਿਹੇ ਜ਼ੁਲਮਾਂ 'ਚ ਮਰਦਾ ਨਹੀਂ, ਉਹ ਖੁਦਾ ਹੋਊ ਜਾਂ ਖੁਦਾ ਦਾ ਬੰਦਾ ਹੋਊਗਾ, ਐਵੇਂ ਨਹੀਂ ਆਓ। ਇਸ ਵਾਸਤੇ ਹੋਏ ਅਧੀਨ ਗਹੁ ਪਦ ਜਾਈ। ਇਦਾਂ ਕਰ, ਹੁਣ ਅਧੀਨ ਹੋ, ਨਿਮਰਤਾ ਧਾਰ, ਨੰਗੇ ਚਰਨੀ ਜਾ ਕੇ ਗੁਰੂ ਨਾਨਕ ਦੇ ਚਰਨ ਫੜ ਕੇ ਆਪਣੀ ਭੁੱਲ ਬਖਸ਼ਾ ਲੈ। ਖਤਾ ਲਿਓ ਆਪਣੀ ਬਖਸ਼ਾਈ। ਇਹ ਜੋ ਤੂੰ ਖਤਾ ਕੀਤੀ ਹੈ, ਗੁਰੂ ਪਾਤਸ਼ਾਹ ਦੀ ਬੇਅਦਬੀ ਕੀਤੀ ਹੈ ਨਾ, ਇਹਨਾਂ ਤੋਂ ਬਖਸ਼ਾ ਲਾ, ਨਹੀਂ ਤੇ ਇਹਨਾਂ ਤੋਂ ਵੱਡਾ ਕਿਹੜਾ ਉਹ ਜਦੋਂ ਕੋ ਹੋਰ ਬਖਸ਼ਾਵੇਂਗਾ ਤੂੰ। ਅਜਮਤ ਦੇਖ ਬਚਨ ਕੋ ਸੁਣ ਕੇ। ਹੁਣ ਗੁਰੂ ਦੀ ਕਰਾਮਾਤ ਦੇਖੀ। ਸਾਧ ਕਿੱਥੇ ਮੁੜਦੇ ਪਾਪੀ ਜਨਮ ਬਿਨਾ ਕਰਾਮਾਤ ਤੋਂ। ਆ ਸਾਡੇ ਭਰਾਏ ਕਈ ਸਟੇਜਾਂ ਤੇ ਜੀ ਕਰਾਮਾਤ ਕਹਿਰ ਦਾ ਨਾਮ ਹੈ, ਗੁਰੂ ਦੇ ਵਿੱਚ ਕਰਾਮਾਤ ਹੈ ਹੀ ਨਹੀਂ। ਤੇ ਭਾਈ ਫਿਰ ਗੁਰੂ ਕਿਉਂ ਕਹਿੰਦੇ ਆ ਇਦਾਂ? ਕੇਸਗੜ੍ਹ ਸਾਹਿਬ ਤਖਤ ਸਾਹਿਬ ਤੇ ਗੁਰੂ ਪਾਤਸ਼ਾਹ ਜੀ ਮਹਾਂਪੁਰਖਾਂ ਦੀ ਮਿਹਰ ਦਾ ਸਦਕਾ ਸੇਵਾ ਲੈ ਰਹੇ ਸਨ, ਤੇ ਇਸ ਵੇਲੇ ਸ਼ਾਮ ਦੇ ਵਕਤ ਉੱਥੇ ਸ਼ਾਸਤਰਾਂ ਦੇ ਦਰਸ਼ਨ ਕਰਾਈਦੇ ਸੀ। ਸ਼ਾਸਤਰਾਂ ਦੇ ਦਰਸ਼ਨ ਕਰਾਏ, ਗੁਰੂ ਸਾਹਿਬ ਦਾ ਜਸ ਜਿੰਨਾ ਕੁ ਕਰਾਇਆ ਗੁਰੂ ਨੇ। ਕੁਛ ਬੱਚੇ ਆਏ ਹੋਏ ਸੀ ਦੁਆਬੇ ਦੇ ਇਲਾਕੇ ਦੇ, ਨੌਜਵਾਨ ਬੱਚੇ ਸਨ, ਤੇ ਆ ਮਿਸ਼ਨਰੀ ਵਾਲਿਆਂ ਨੇ ਜਿੱਦਾਂ ਦਾ ਬੱਚਿਆਂ ਦੇ ਵਿੱਚ ਤਰਕਾਂ ਜਿਹੀਆਂ ਪਾਈਆਂ ਤੇ ਮਨ ਬਣਾਏ ਸੀ। ਜਿਸ ਵੇਲੇ ਮੈਂ ਤਖਤ ਸਾਹਿਬ ਤੋਂ ਉਤਰਿਆ ਇਤਿਹਾਸ ਸੁਣਾ ਕਰਕੇ, ਤੋ ਕੁਛ ਲੜਕੀਆਂ ਬੱਚੀਆਂ ਸੀ, ਨੌਜਵਾਨ ਬੱਚੇ ਸਨ ਨਾਲ। ਮੈਨੂੰ ਕਹਿੰਦੇ ਜਹੇਦਾਰ ਜੀ ਅਸੀਂ ਬਚਨ ਕਰਨਾ। ਮੈਂ ਬੇਟਾ ਕਰੋ। ਉਹਨਾਂ ਨੇ ਇਹ ਸਵਾਲ ਕੀਤੇ ਇਸ ਤਰ੍ਹਾਂ, ਕਹਿੰਦੇ ਅਸੀਂ ਕਰਾਮਾਤ ਨੂੰ ਨਹੀਂ ਮੰਨਦੇ। ਤੇ ਮੈਂ ਕਿਹਾ ਇੱਥੇ ਲੈਣ ਕੀ ਆਏ ਆ? ਜੇ ਕਰਾਮਾਤ ਨਹੀਂ ਮੰਨਦੇ ਗੁਰੂ ਵਿੱਚ, ਤੇ ਤੁਹਾਡੇ ਪਿੰਡ ਗੁਰਦੁਆਰੇ ਉੱਥੇ ਮੱਥਾ ਟੇਕਣੀ ਹੈ, ਤੇ ਤਖਤ ਸਾਹਿਬ ਦੇ ਮੱਥਾ, ਆ ਸਾਰੀ ਦੁਨੀਆ ਮੈਂ ਜਿੱਦਣ ਮੈਂ ਦੁਨੀਆ ਦੇਸ਼ਾਂ ਵਿਦੇਸ਼ਾਂ ਦੀ ਇੱਥੇ ਮੱਥਾ ਟੇਕਣ ਆਉਂਦੀ ਹੈ। ਤੇ ਜੇ ਗੁਰੂ 'ਚ ਕਰਾਮਾਤ ਨਹੀਂ, ਗੁਰੂ ਤੁਹਾਡੇ ਵਰਗਾ ਹੀ ਹੈ, ਤੇ ਮੰਨਦੇ ਕਿਉਂ? ਫਿਰ ਵਿਚਾਰੇ ਹੇਠਾਂ ਉੱਤੇ ਦੇਖਣ। ਮੈਂ ਕਿਹਾ ਸੁਣੋ, ਇੱਥੇ ਪੰਜਾਂ ਦੇ ਸਿਰ ਵੱਢ ਕੇ ਗੁਰੂ ਸਾਹਿਬ ਨੇ ਦੁਬਾਰਾ ਜੋੜ ਕਰਕੇ 5 ਪਿਆਰੇ ਤਾਰ ਕਰਕੇ ਅੰਮ੍ਰਿਤ ਛਕਾਇਆ। ਤੇ ਜੇ ਤੁਹਾਡਾ ਮਨ ਨਹੀਂ ਮੰਨਦਾ, ਤੇ ਮੈਂ ਕਿਹਾ ਇੱਥੋਂ ਆ ਹੁਣ ਬਸੰਤ ਪੰਚਮੀ ਸੀ ਨਾ ਕੱਲ, ਤੇ ਗੁਰੂ ਕੇ ਲਾਹੌਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਆਹ ਕੀਤਾ ਗੁਰੂ ਕਾ ਲਾਹੌਰ ਆਪਣਾ ਵਸਾ ਕੇ ਮਾਤਾ ਅਜੀਤ ਕੌਰ ਜੀ ਦੇ ਨਾਲ। ਤੇ ਮੈਂ ਕਿਹਾ ਉੱਥੇ ਜਾ ਕਰਕੇ ਦੇਖ ਲਓ, ਵਰਸ਼ਾ ਮਾਰ ਕਰਕੇ ਪੱਥਰਾਂ 'ਚੋਂ ਪਾਣੀ ਕੱਢਿਆ, ਹੁਣ ਤੱਕ ਚੱਲੀ ਜਾਂਦਾ ਹੈ। ਜਿੱਥੇ ਨੀਲੇ ਘੋੜੇ ਦਾ ਪੈਰ ਲੱਗਾ ਸੀ ਪੌੜ ਸਾਹਿਬ, ਉੱਥੋਂ ਮਹਾਰਾਜ ਨੇ ਪਾਣੀ ਕੱਢ ਕੇ ਦਿੱਤਾ। ਕਹਿੰਦੇ ਪਾਣੀ ਹੈ ਨਹੀਂ, ਮਹਾਰਾਜ ਕਹਿੰਦਾ ਪਾਣੀ ਕਰ ਦੇਣਾ। ਮੈਂ ਕਿਹਾ ਭੱਠਾ ਸਾਹਿਬ ਰੋਪੜ, ਸੜਦੇ ਬਲਦੇ ਭੱਠੇ ਨਿਹੰਖਾਂ ਕਹਿਣ ਲੱਗਾ ਮਹਾਰਾਜ ਮੇਰੀ ਜਾਇਦਾਦ ਭੱਠਾ ਹੀ ਆ, ਮਹਾਰਾਜ ਤਪਦਾ ਹੈ। ਮਹਾਰਾਜ ਕਹਿੰਦੇ ਕੋਈ ਨਹੀਂ, ਤਪਦਾ ਭੱਠਾ ਨਾ ਠਾਰਿਆ, ਦੁਨੀਆ ਨੂੰ ਕਿਵੇਂ ਠਾਰਾਂਗੇ? ਚੌਂਕੜਾ ਮਾਰ ਕੇ ਉੱਥੇ ਮਹਾਰਾਜ ਕੇਸਾਂ 'ਚ ਕੰਘਾ ਕਰਕੇ ਤੇ ਉੱਥੇ ਦਮਾਲਾ ਸਜਾਇਆ। ਮੈਂ ਕਿਹਾ ਭੱਠਾ ਸਾਹਿਬ ਜਾ ਕੇ ਦੇ, ਹੁਣ ਤੱਕ ਨੀਲੇ ਦੇ ਪੌੜ ਲੱਗੇ ਤੇ ਤਰੇੜਾਂ ਪਈਆਂ ਭੱਠੇ ਵਿੱਚ। ਭੱਠਾ ਸਾਹਿਬ ਤਾਂ ਹੀ ਬਣਿਆ ਉਹ। ਮੈਂ ਪੰਜਾ ਸਾਹਿਬ ਸੁਣਿਆ, ਗੁਰੂ ਨਾਨਕ ਨੇ ਪੱਥਰ ਤੇ ਪੰਜਾ ਲਾਇਆ ਸੀ, ਬਲੀ ਕੰਧਾਰੀ ਨੇ ਪਹਾੜ ਰੇੜਿਆ ਸੀ, ਗੁਰੂ ਸਾਹਿਬ ਨੇ ਪੰਜਾ ਲਾ ਦਿੱਤਾ ਪੱਥਰ ਦੇ ਵਿੱਚ। ਮੈਂ ਕਿਹਾ ਕਰਾਮਾਤ ਇਹਨੂੰ ਕੀ ਕਹੋ? ਮੈਨੂੰ ਇਹ ਦੱਸੋ ਵੀ ਇਹ ਕਰਾਮਾਤ ਨਹੀਂ, ਤੁਸੀਂ ਕੀ ਆਖੋਗੇ? ਫਿਰ ਕਹਿੰਦੇ ਜੀ ਅਸੀਂ, ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੱਕੋ ਸ਼ਾਦੀ ਸੀ। ਕਹਿੰਦੇ ਨੇ ਮਹਾਰਾਜ ਦੇ 3 ਮਹਿਲ ਨਹੀਂ ਸਨ। ਮੈਂ ਕਿਹਾ ਠੀਕ ਹੈ, ਮੰਨਦੇ ਹੋ ਇਸ ਗੱਲ ਨੂੰ? ਕਹਿੰਦੇ ਜੀ ਅਸੀਂ ਤਾਂ ਇਹੀ ਮੰਨਦੇ ਹਾਂ। ਮੈਂ ਕਿਹਾ ਠੀਕ ਹੈ। ਮੈਂ ਕਿਹਾ ਇੰਜ ਕਰੋ, ਮਾਤਾ ਅਜੀਤ ਕੌਰ ਜੀ ਦਾ ਤਾਂ ਇੱਥੇ ਮਹਾਰਾਜ ਦਾ, ਮੈਂ ਕਿਹਾ ਇੱਥੇ ਅਨੰਦਪੁਰ ਸਾਹਿਬ ਦੇ ਵਿੱਚ ਅਸਥਾਨ ਹੈ ਜਿੱਥੇ ਮਾਤਾ ਜੀ ਸੱਚਖੰਡ ਗਏ ਨੇ ਤੇ ਉਹਨਾਂ ਦਾ ਸਿਰ ਦਾ ਸੰਸਕਾਰ ਹੋਇਆ। ਮੈਂ ਕਿਹਾ ਮਾਤਾ ਜੀ ਦਾ ਇੱਥੇ ਹੈ। ਤੇ ਮੈਂ ਦਿੱਲੀ ਵਿੱਚ ਸਾਡੀਆਂ ਦੋਨਾਂ ਮਾਤਾਵਾਂ ਦੇ ਮੈਂ ਕਿਹਾ ਉੱਥੇ ਸਥਾਨ ਬਣੇ ਹੋਏ ਨੇ, ਮਾਤਾ ਸਾਹਿਬ ਕੌਰ ਜੀ ਦਾ ਤੇ ਮਾਤਾ ਸੁੰਦਰ ਕੌਰ ਦਾ। ਮੈਂ ਸਾਡੇ ਗੁਰੂ ਘਰ ਬਣੇ ਹੋਏ ਨੇ। ਤੇ ਮੈਂ ਕਿਹਾ ਇੱਦਾਂ ਕਹਿ ਦਿਓਗੇ? ਤੇ ਮੈਂ ਕਿਹਾ ਫਿਰ ਇੱਕ ਸਥਾਨ ਕਿਵੇਂ ਬਣਾਓਗੇ ਸਾਡੇ ਇੱਕ ਮਾਤਾ ਦਾ? ਮੈਂ ਕਿਹਾ ਕੀ ਕਰੋਗੇ ਹੁਣ, ਢਾਉਣ ਜਾਓਗੇ? ਮੈਂ ਕਿਹਾ ਗਲਤੀ ਨਾ ਕਰ ਲਿਓ, ਨਹੀਂ ਤੇ ਮੈਂ ਅਸੀਂ ਬੜੇ ਬੁਰੇ ਹੀ ਹਾਂ, ਮੈਂ ਬੁਰਾ ਹਾਲ ਕਰ ਦਿਆਂਗੇ ਜੇ ਹੱਥ ਲਾਇਆ ਤਾਂ।
ਸਾਡੇ ਤਿੰਨੇ ਮਾਤਾਵਾਂ ਦੇ ਅਸਥਾਨ ਕਾਇਮ ਨੇ, ਸੱਚਖੰਡ ਗਾਵਣ ਜਾਣ ਤੋਂ ਪਹਿਲਾਂ ਉਹਨਾਂ ਦੇ ਅਸਥਾਨ ਬਣੇ ਹੋਏ ਨੇ। ਫਿਰ ਬੱਚੇ ਹੈਰਾਨ ਜਿਹੇ ਹੋ ਕੇ ਮੈਨੂੰ ਕਹਿੰਦੇ ਕਿ ਇਹ ਗੱਲਾਂ ਤਾਂ ਕਿਸੇ ਦੱਸੀਆਂ ਹੀ ਨਹੀਂ। ਤੇ ਮੈਂ ਬੇਟਾ ਤੁਸੀਂ ਪੁੱਛੀਆਂ ਕਦੇ? ਤੁਸੀਂ ਤੇ ਜਿਵੇਂ ਸੁਣ ਲਿਆ ਕਿ ਐ ਚੁੱਪੜੀਆਂ ਤਕਰੀਰਾਂ ਤੇ ਉਦਾਂ ਮਗਰ ਲੱਗ ਗਏ। ਕਦੇ ਕੋਸ਼ਿਸ਼ ਕਰਿਆ ਕਰੋ, ਕਿਤੇ ਸਤਸੰਗ ਕਰਿਆ ਕਰੋ ਗੁਰੂ ਮਹਾਰਾਜ ਦੀ, ਕਿਤੇ ਪਰਮੇਸ਼ਰ ਦੇ ਪਿਆਰਿਆਂ ਗੁਰਸਿੱਖਾਂ ਦੇ ਕੋਲੋਂ, ਕਿਤੇ ਟਕਸਾਲੀ ਜਿਹੜੇ ਗਿਆਨਵਾਨ ਮਹਾਂਪੁਰਖਾਂ ਦੇ ਸਤਸੰਗਾਂ ਦੀ ਕਿਤੇ ਸੰਗਤ ਕਰਕੇ ਦੇਖੋ, ਪਤਾ ਲੱਗ ਜਾਊਗਾ ਗੁਰੂ ਪਾਤਸ਼ਾਹ ਗੁਰੂ ਕੀ ਨੇ। ਮੈਂ ਕਿਹਾ ਮੇਰੇ ਸਤਿਗੁਰਾਂ ਦੇ ਵਿੱਚ ਕਰਾਮਾਤ ਹੈ, ਸ਼ਕਤੀ ਹੈ, ਤਾਂ ਹੀ ਪੂਜੇ ਜਾਂਦੇ ਨੇ। ਮੈਂ ਕਿਹਾ ਮੈਂ ਸਭ ਦੁਨੀਆ ਦੇ ਲੋਕ ਆਣ ਕੇ ਤਖਤ ਸਾਹਿਬ ਤੇ ਨਮਸਕਾਰਾਂ ਇਸੇ ਕਰਕੇ ਕਰਦੇ ਨੇ, ਇੱਥੋਂ ਦਾਤਾਂ ਮੰਗਦੇ ਨੇ, ਸ਼ਕਤੀਆਂ। ਤੇ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਤੇ ਇਹਨਾਂ ਨੇ ਸੋ ਗੁਰੂ ਦੀ ਕਰਾਮਾਤ ਹੈ। ਨਾ ਪਾਣੀ 'ਚ ਡੁੱਬੇ ਨੇ, ਅੱਗ ਵਿੱਚ ਸੜੇ ਨਹੀਂ, ਪੱਥਰਾਂ ਦੇ ਥੱਲੇ ਦਬੇ ਨਹੀਂ। ਤਾਂ ਹੁਣ ਕਹਿੰਦੇ ਨੇ ਵਜ਼ੀਰ ਕਹਿੰਦੇ ਸਿਆਣੇ, ਰਾਜਾ ਜਾ ਕੇ ਭੁੱਲ ਬਖਸ਼ਾ। ਇਹ ਕਹਿੰਦੇ ਨੇ ਕੋਈ ਫਕੀਰ ਜਾਦੂਗਰ ਨਹੀਂ ਕਰ ਸਕਦਾ, ਇਹ ਤਾਂ ਖੁਦਾ ਦਾ ਰੂਪ ਹੋਣਗੇ। ਅਜਮਤ ਦੇਖ ਬਚਨ ਕੋ ਸੁਣ ਕੇ, ਅਜਮਤ ਦੇਖੀ ਹੈ, ਕਰਾਮਾਤ ਦੇਖ ਕਰਕੇ। ਫਿਰ ਇਸ ਤਰ੍ਹਾਂ ਮਹਾਰਾਜ ਦੀ ਜਸ ਦੇ ਬਚਨ ਸੁਣ ਕੇ ਕੰਪਿਓ ਪਾਤਸ਼ਾਹ ਭੈ ਮੰਨ ਕੇ। ਹੁਣ ਰਾਜਾ ਕੰਬ ਗਿਆ, ਭੈ ਮੰਨਿਆ। ਜਦੋਂ ਤੱਕ ਡਰ ਨਹੀਂ ਕਿਸੇ ਨੂੰ, ਉਦੋਂ ਤੱਕ ਰੱਬ ਦਾ ਨਾਮ ਕੋਈ ਨਹੀਂ ਜਪ ਸਕਦਾ। ਭੈ ਬਿਨ ਭਗਤ ਨਾ ਹੋਵੇ। ਰੱਬ ਦਾ ਭੈ, ਪਰਲੋਕ ਦਾ ਭੈ। ਮੇਰੇ ਸਤਿਗੁਰੂ ਪਾਤਸ਼ਾਹ ਜੀ ਜਿੱਥੇ ਵੀ ਗਏ ਨੇ, ਉਹਨਾਂ ਨੂੰ ਪਰਲੋਕ ਦਾ ਭੈ ਦਿਖਾਇਆ। ਭਾਈ ਪਰਲੋਕ ਵਿੱਚ ਆਹ ਕੁਛ ਹੋਏਗਾ ਜੇ ਪਾਪ ਕੀਤੇ ਤਾਂ। ਜੇ ਉੱਥੋਂ ਬਚਣਾ ਹੈ ਤੇ ਅਸੀਂ ਤੁਹਾਨੂੰ ਯੁਕਤੀ ਦੱਸਦੇ, ਗੁਰਸਿੱਖੀ ਧਾਰਨ ਕਰੋ, ਪਰਮੇਸ਼ਵਰ ਦਾ ਸਿਮਰਨ ਕਰੋ, ਸਤਸੰਗ ਕਰੋ, ਵਾਹਿਗੁਰੂ ਦਾ ਜਸ ਸੁਣਿਆ ਕਰੋ, ਕਥਾ ਕੀਰਤਨ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਕਰਾਮਾਤ ਦੇਖ ਕਰਕੇ ਭੈ ਵਿੱਚ ਕੰਬ ਗਿਆ ਰਾਜਾ। ਬਹੁਤ ਅਵਗਿਆ ਕੀਨੀ ਮੋਹੀ। ਤੇ ਗੁਰੂ ਚਰਨਾਂ 'ਚ ਆਣ ਕੇ ਢਹਿ ਪਿਆ ਤੇ ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੈਂ ਤੁਹਾਡੀ ਬਹੁਤ ਬੇਅਦਬੀ ਕੀਤੀ, ਗਰੀਬ ਨਵਾਜ ਮੈਂ, ਸੋ ਗੁਨਾਹਗਾਰ ਹਾਂ ਤੁਹਾਡਾ। ਸਰਬ ਵਿਲਾਇਤ ਗਰਕ ਨਾ ਹੋਹੀ। ਕਿਰਪਾ ਕਰੋ ਮਹਾਰਾਜ, ਜੋ ਐਡੀ ਆਪ ਸਮਰੱਥਾ ਦੇ ਮਾਲਕ ਹੋ, ਕਿਰਪਾ ਕਰੋ ਕਿਤੇ ਮੇਰਾ ਦੇਸ਼, ਮੇਰੀ ਵਿਲਾਇਤ ਹੀ ਨਾ ਗਰਕ ਹੋ ਜਾਏ ਇਸ ਜੋ ਮੈਂ ਤੁਹਾਡੇ ਨਾਲ ਕੀਤਾ। ਕਿਉਂਕਿ ਮੁਸਲਮਾਨ ਫਕੀਰ ਬਹੁਤ ਛੇਤੀ ਸ਼ਰਾਪ ਦੇ ਦਿੰਦੇ ਸਨ। ਇਹ ਮੇਰੇ ਸਾਹਿਬ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ, ਬਹੁਤ ਵੱਡਾ ਹਿਰਦਾ ਰੱਖਦੇ ਨੇ। ਜੇਲ੍ਹ ਦੇ ਵਿੱਚ ਅਸੀਂ ਸੀ, ਨਾਭਾ ਜੇਲ੍ਹ ਜਿਹੜੀ ਸਿਕਿਉਰਟੀ ਜੇਲ੍ਹ ਬਣਾਈ ਸੀ, ਜਿਹਨਾਂ ਨੂੰ ਅਸੀਂ ਪੰਜਾਬ ਦੇ ਨੌਜਵਾਨ ਵੱਡੇ ਅੱਤਵਾਦੀ ਸਨ, ਉੱਥੇ ਉਹਨਾਂ ਨੇ ਦੋਹਰੀ ਸਿਕਿਉਰਟੀ ਲਾਈ ਸੀ, ਉੱਥੇ ਹੀ ਕਰਦੇ ਸਨ। ਉੱਥੇ ਅੰਦਰ ਇੱਕ ਸਥਾਨ ਹੈ, ਵੱਡਾ ਸਾਰਾ ਦਰਖਤ ਹੈ, ਉਹ ਸਥਾਨ ਸ਼ਹੀਦਾਂ ਦਾ ਮੰਨਿਆ ਜਾਂਦਾ ਹੈ। ਤਾਂ ਕਹਿੰਦੇ ਪਤਾ ਨਹੀਂ ਸੀ ਲੱਗਦਾ। ਤੇ ਉੱਥੇ ਕੁਦਰਤੀ ਅਸੀਂ ਸੀਗੇ, ਤੇ ਉੱਥੇ ਕੋਈ ਸ਼ਾਇਦ ਜੇਲ੍ਹ 'ਚ ਰਿਹਾ ਸੀ, ਤੇ ਉਹਨੇ ਕੋਈ ਉੱਥੇ ਸੁਖਣਾ, ਉਹਦੇ ਘਰ ਔਲਾਦ ਨਹੀਂ ਸੀ। ਕਹਿੰਦੇ ਜੇ ਚਲੋ ਮਹਾਰਾਜ ਦਾ ਕੋਈ ਸ਼ਕਤੀ ਵਾਲਾ ਸਥਾਨ ਆ ਤੇ ਮੇਰੇ ਘਰ ਉਹ ਫਿਰ ਉੱਥੇ ਸੁਖਣਾ ਲਾਉਣ ਆਇਆ ਸੀ। ਉਹ ਫਿਰ ਉੱਥੇ ਦਾ ਸੁਬੇਡੰਟ ਮੈਨੂੰ ਦੱਸੇ, ਮੈਨੂੰ ਕਹਿੰਦੇ ਸਿੰਘ ਸਾਹਿਬ ਜੀ ਵੀ ਇਹ ਸੋ ਕਹਿੰਦੇ ਆ ਕੋਈ ਕਹਿੰਦੇ ਅਸਥਾਨ ਜਿਹੜਾ ਇਹ, ਪਰ ਕਹਿੰਦੇ ਇਹ ਪੀਰ ਦਾ ਨਹੀਂ ਕਿਸੇ ਦਾ, ਇਹ ਸਾਡੇ ਸ਼ਹੀਦਾਂ ਦਾ ਸਥਾਨ ਹੈ। ਉਹ ਬੰਦੇ ਨੇ ਸੁਖਣਾ ਕੀਤੀ, ਕਿਤੇ ਸਾਲ ਭਰ ਬਾਅਦ ਆਇਆ ਉਹ ਸੁਖਣਾ ਲਾਉਣ ਵਾਸਤੇ। ਕਹਿੰਦੇ ਮੁਸਲਮਾਨ ਪੀਰ ਤਾਂ ਝੱਟ ਹੀ ਪਲਟਾ ਲਾ ਦਿੰਦੇ ਜੇ ਕੋਈ ਮੰਨਤ ਨਾ ਮੰਨੇ ਉਹਨਾਂ ਦੀ, ਪਰ ਇਹ ਸ਼ਹੀਦਾਂ ਸਿੰਘਾਂ ਦਾ ਕਿਸੇ ਸਮੇਂ ਕਿਤੇ ਸਿੰਘ ਉੱਥੇ ਸ਼ਹੀਦ ਹੋਏ ਸਨ, ਉਹ ਸਥਾਨ ਅੰਦਰ ਹੀ ਹੈ ਜੇਲ੍ਹ। ਤੇ ਮੇਰੇ ਸਤਿਗੁਰੂ ਪਾਤਸ਼ਾਹ ਵੱਡੇ ਦਿਲ ਵਾਲੇ ਹਨ। ਇਹ ਲੋਕ, ਇਹ ਰਾਜਾ ਘਬਰਾ ਗਿਆ ਵੀ ਕਿਤੇ ਮਹਾਰਾਜ ਨੇ ਜੇ ਪੁੱਠੀ ਨਿਗਾਹ ਕਰਤੀ ਕਿਤੇ ਮੇਰੀ ਵਿਲਾਇਤ ਹੀ ਨਾ ਗਰਕ ਹੋ ਜਾਵੇ। ਅਨਕੋ ਪਾਇਨ ਕਰ ਮਹਤਾਰੀ। ਫਿਰ ਇਸ ਨੇ ਬਹੁਤ ਸਾਰੀਆਂ ਭੇਟਾਂ ਲਈਆਂ ਹਨ ਹੱਥਾਂ ਵਿੱਚ, ਲੈ ਕਰ ਗਮਨਿਓ ਗੁਰੂ ਅਗਾਰੀ। ਧੰਨ ਮੇਰੇ ਸਤਿਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਇਹ ਸੋਚ ਸੋਚੀ ਆ ਪਹਿਲਾਂ, ਭੈ ਮੰਨ ਕੇ। ਹੁਣ ਕਹਿੰਦੇ ਮਹਾਰਾਜ ਦੇ ਚਰਨਾਂ 'ਚ ਆਇਆ ਹੈ ਭੇਟਾ ਲੈ ਕੇ। ਮੇਚਕ ਰੰਗ ਮਹਾਜਸ ਕੇਰੂ। ਹੁਣ ਇਹ ਪਾਪੀ ਬੰਦਿਆਂ ਨੂੰ ਕਿੱਥੇ ਰੱਬ ਨੇ ਸੋਭਾ। ਕਹਿੰਦੇ ਕਾਲਾ ਧੂਤ ਰੰਗ ਹੈ ਇਸ ਦਾ ਜਿਹੜਾ ਇਹ ਆਇਆ ਹੈ ਰਾਜਾ। ਭੈ ਕਰਕੇ ਮਨ ਦੀਨ ਕਨੇਰੂ। ਬੜਾ ਡਰ ਮੰਨਿਆ, ਮਨ ਨੂੰ ਦੀਨ ਅਧੀਨ ਕੀਤਾ ਇਸ ਨੇ। ਆਏ ਚਰਨ ਪੰਕਜ ਲਪਟਾਇਓ। ਆ ਕੇ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਲਏ ਹਨ ਇਸ ਨੇ। ਹਾਥ ਬੰਦ ਕੇ ਬਚਨ ਅਲਾਇਓ। ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦਾ ਹੈ, ਮੈਂ ਬਹੁਤੀ ਕੀਨੀ ਤਕਸੀਰੰ। ਇਹ ਮਹਾਰਾਜ ਮੈਂ ਤੁਹਾਡੀ ਬਹੁਤ ਬੇਅਦਬੀ ਕੀਤੀ ਹੈ, ਬਖਸ਼ੋ ਅਬ ਤੁਮ ਗੁਨੀ ਗਹੀਰੰ। ਤੁਸੀਂ ਮਹਾਰਾਜ ਮਹਾਨ ਗੁਣਾਂ ਦੇ ਖਜ਼ਾਨੇ ਗੰਭੀਰ ਹੋ, ਕਿਰਪਾ ਕਰਕੇ ਜੋ ਵੀ ਮੈਂ ਭੁੱਲ ਕੀਤੀ ਮੈਨੂੰ ਕਿਰਪਾ ਕਰਕੇ ਮਾਫ ਕਰ ਦਿਓ। ਪੀਰਨ ਪੀਰ ਕੇ ਆਪ ਖੁਦਾਏ। ਬਸ ਜਾਂ ਤਾਂ ਪੀਰਾਂ ਦੇ ਵੱਡੇ ਪੀਰ ਹੋ ਜਾਂ ਤੁਸੀਂ ਆਪ ਖੁਦਾ ਹੋ। ਮਹਾਰਾਜ ਮੈਨੂੰ ਨਿਸ਼ਚਾ ਹੋ ਗਿਆ। ਹੋ ਪਰਸ਼ਨ ਨਾ ਪਰਹੁ ਲਖਾਏ। ਪਰ ਤੁਸੀਂ ਸਰੀਰ ਵਿੱਚ ਲੁਕੇ ਹੋਏ ਹੋ, ਜਾਣਿਆ ਨਹੀਂ ਜਾਂਦਾ ਵੀ ਤੁਸੀਂ ਖੁਦਾ ਹੀ ਹੋ। ਇਸ ਵਾਸਤੇ ਮਹਾਰਾਜ, ਪਰ ਮੈਂ ਹੁਣ ਸਮਝਦਾ ਵੀ ਤੁਸੀਂ ਖੁਦਾ ਦਾ ਰੂਪ ਹੋ। ਰਾਵਰ ਕੀ ਰਜਾਏ ਉਰ ਧਾਰੂ। ਇਸ ਵਾਸਤੇ ਮਹਾਰਾਜ ਸੋ ਕਿਰਪਾ ਕਰੋ, ਰਾਵਰ ਕੀ ਰਜਾਏ,
ਤੁਹਾਡੀ ਰਜ਼ਾ ਨੂੰ, ਤੁਹਾਡੇ ਹੁਕਮ ਮੈਂ ਹਿਰਦੇ 'ਚ ਧਾਰਨ ਕਰਾਂਗੇ, ਮੇਰੇ ਤੇ ਕਿਰਪਾ ਕਰੋ। ਬਹੁਰ ਅਵਗਿਆ ਫੇਰ ਨ ਕਰੂੰ। ਅੱਗੇ ਵਾਸਤੇ ਕਿਸੇ ਫਕੀਰ ਦੀ ਮੈਂ ਇਸ ਤਰ੍ਹਾਂ ਅਵਗਿਆ ਨਹੀਂ ਕਰਾਂਗਾ, ਨਰਾਦਰੀ ਨਹੀਂ ਕਰਾਂਗਾ ਜੀ, ਬਖਸ਼ਿਸ਼ ਕਰੋ। ਭਾ ਅਨਜਾਨ ਪਨੇ ਮਹਿ ਦੋਸਾ। ਮਹਾਰਾਜ ਮੈਂ ਅਣਜਾਣ ਸੀ। ਅਣਜਾਣ ਕੀ ਸੀ? ਭਾਵ ਕਿ ਮੈਨੂੰ ਪਤਾ ਨਹੀਂ ਸੀ ਤੁਸੀਂ ਐਡੇ ਸਮਰੱਥ ਹੋ, ਇਸ ਗੱਲੋਂ ਅਣਜਾਣ ਸੀ। ਇਸ ਵਾਸਤੇ ਮਹਾਰਾਜ ਮੇਰੇ ਕੋਲੇ ਗੁਨਾਹ ਦੋਸ਼ ਹੋਇਆ ਹੈ। ਕਰਹੁ ਮਿਹਰ ਪਰ ਹਰ ਉਰ ਰੋਸਾ। ਮਹਾਰਾਜ ਮੇਰੇ ਤੇ ਮਿਹਰ ਕਰੋ, ਤੁਸੀਂ ਨਾ ਮੇਰੇ ਤੇ ਨਾਰਾਜ਼ ਹੋਏ, ਮੈਂ ਤਾਂ ਕ੍ਰੋਧ ਸਾਰਾ ਵਰਤ ਲਿਆ। ਤੁਸੀਂ ਮਨ ਚੋਂ ਮਹਾਰਾਜ ਜੋ ਵੀ ਰੋਸ ਨਾਰਾਜ਼ਗੀ ਆ ਦੂਰ ਕਰੋ, ਮੇਰੇ ਤੇ ਮਿਹਰ ਕਰੋ। ਦੀਨ ਦੇਖ ਕਰ ਦੀਨ ਦਇਆਲਾ। ਗਰੀਬਾਂ ਤੇ ਦਇਆ ਕਰਨ ਵਾਲਾ ਇਹ ਬਣਿਆ ਦੀਨ। ਇਹ ਹੈ ਦੀਨ ਦਾ ਦੁੱਖ ਭੰਜਨਾ। ਭਾਵੇਂ ਰਾਜਾ ਹੈ, ਮਹਾਰਾਜਾ, ਕੁਛ ਵੀ ਹੈ। ਹੁਣ ਇਸ ਦਾ ਮਨ ਅਧੀਨ ਗਰੀਬ ਬਣਿਆ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ। ਜਦੋਂ ਇਉਂ ਮਨ ਦੀਨ ਹੋ ਜਾਏ, ਇੱਛਾ ਤੇ ਭੈ ਦੇ ਸੰਯੁਕਤ ਹੋਵੇ, ਉਹਦੇ ਤੇ ਫਿਰ ਗੁਰੂ ਸਾਹਿਬ ਕਿਰਪਾ ਕਰਦੇ ਨੇ। ਇਹਦੀ ਅਧੀਨਗੀ ਨੂੰ ਦੇਖ ਕੇ ਸਾਹਿਬ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਕਹਿਓ ਕਰਨ ਉਪਕਾਰ ਵਿਸਾਲਾ। ਤੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਕਿ ਭਾਈ ਮਹਾਨ ਪਰਉਪਕਾਰ ਕਰਿਆ ਕਰ। ਦੋਹਰਾ ਨਰ ਮਾਰਨ ਜੇ ਪਰ ਹਰੈ। ਦੇਖ ਮਹਾਰਾਜ ਕਹਿੰਦੇ ਗੱਲ ਸੁਣ, ਤਾਂ ਮਾਫ ਹੋਵੇਗਾ ਜੇ ਜਿਹੜਾ ਬੰਦਾ ਆਉਂਦਾ ਮਾਰ ਦੇਣਾ। ਇਹ ਕੋਈ ਕੰਮ ਆ ਤੇਰਾ? ਰਾਜਾ ਹੈ, ਪਰਮੇਸ਼ਵਰ ਤੂੰ ਸਰੀਰ ਦਿੱਤਾ, ਰੱਬ ਨੇ ਸਰੀਰ ਦਿੱਤੇ ਨੇ, ਤੂੰ ਦੇਖਦਾ ਹਿੰਦੂ ਤੇ ਮਾਰ ਦੇਣਾ। ਭਾਈ ਜੇ ਅਗਰ ਬੰਦੇ ਮਾਰਨੇ ਛੱਡ ਦਵੇਂ ਤਾਂ ਫਿਰ ਤੇਰੇ ਤੇ ਬਖਸ਼ਿਸ਼ ਹੋ ਸਕਦੀ ਹੈ। ਤਉ ਤੂੰ ਬਖਸ਼ਿਆ ਜਾਏ। ਤਾਂ ਤੂੰ ਬਖਸ਼ਿਆ ਜਾਵੇਂਗਾ। ਨਹਿ ਤਿਆਗੇ ਦੁਖ ਪਾਏ ਹੈ। ਵੇਖ ਜੇ ਅਗਰ ਇਹ ਕੰਮ ਤੂੰ ਨਾ ਛੱਡਿਆ, ਬਹੁਤ ਦੁਖੀ ਹੋਵੇਂਗਾ। ਬੰਦੇ ਮਾਰਦਾ ਹੈ ਰੱਬ ਦੇ ਬਣਾਇਆ ਨੂੰ, ਰੱਬ ਦੁਖੀ ਕਰੇਗਾ ਤੈਨੂੰ। ਦੋਜਖ ਮਿਲੇ ਸਜਾਏ। ਦੋਜਖ ਨਰਕਾਂ ਵਿੱਚ ਜਾ ਕਰਕੇ ਸਜ਼ਾਵਾਂ ਭਾਰੀ ਤੈਨੂੰ ਸਹਾਰਨੀਆਂ ਪੈਣੀਆਂ ਨੇ। ਚਉਪਈ ਲਾਜ ਬਰਦ ਸੁਨ ਬੈਨ ਅਲਾਇਓ। ਇਹਦਾ ਨਾਮ ਸੀ ਰਾਜਾ ਲਾਜਵਰਦ। ਕਹਿੰਦੇ ਸੁਣ ਕਰਕੇ ਗੁਰੂ ਸਾਹਿਬ ਦੇ ਬਚਨ, ਫਿਰ ਗੁਰੂ ਸਾਹਿਬ ਨੇ ਇਉਂ ਬੇਨਤੀ ਕਰਦਾ ਹੈ, ਜਬ ਕੋ ਤੁਮਰੇ ਪਗ ਲਪਟਾਇਓ। ਮਹਾਰਾਜ ਜਦੋਂ ਮੈਂ ਤੁਹਾਡੇ ਚਰਨਾਂ ਨਾਲ ਲਪਟਿਆ, ਜਦੋਂ ਤੁਹਾਡੇ ਚਰਨਾਂ ਨੂੰ ਛੋਇਆ ਮੈਂ, ਤ੍ਰਿਨ ਤੋਰਨ ਕੀ ਸ਼ਕਤ ਨਾ ਰਹੀ। ਮਹਾਰਾਜ ਬੰਦਾ ਮਾਰਨ ਦੀ ਮੇਰੇ ਵਿੱਚ ਤਾਂ ਕੱਖ ਤੋੜਨ ਦੀ ਸ਼ਕਤੀ ਨਹੀਂ ਰਹੀ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਹੈ। ਇਹ ਹੈ ਨਾਨਕ ਨਦਰੀ ਨਦਰ ਨਿਹਾਲ। ਐਸੀ ਨਦਰ ਕੀਤੀ ਹੈ, ਇਹਦੀ ਸ਼ਕਤੀ ਖੀਣ ਕਰ ਦਿੱਤੀ ਹੈ। ਜਿਹੜਾ ਇਹਦੇ ਵਿੱਚ ਜ਼ੁਲਮ ਸੀ, ਪਾਪ ਸੀ, ਕ੍ਰੋਧ ਸੀ, ਮਾਣ ਸੀ, ਸਭ ਨਿਰਅਭਮਾਨ ਕੀਤਾ ਮੇਰੇ ਸਤਿਗੁਰੂ ਪਾਤਸ਼ਾਹ ਨੇ। ਕਹਿੰਦਾ ਮਹਾਰਾਜ ਹੁਣ ਤਾਂ ਕੱਖ ਤੋੜਨ ਦੀ ਸ਼ਕਤੀ ਨਹੀਂ, ਬੰਦਾ ਕਿੱਥੋਂ ਮਾਰ ਸਕਦਾ ਮੈਂ। ਔਰ ਕਹੋ ਜੋ ਕਰਹੁ ਸਹੀ। ਹੋਰ ਜੋ ਹੁਕਮ ਕਰੋ ਮਹਾਰਾਜ, ਨਿਸ਼ਚੈ ਕਰਕੇ ਉਹੀ ਕਰੂੰਗਾ, ਮੇਰੇ ਤੇ ਬਖਸ਼ਿਸ਼ ਕਰੋ। ਜੇ ਤੈ ਹਮਰੀ ਆਇਸ ਮਾਨੀ। ਮੇਰੇ ਸਤਿਗੁਰੂ ਜੀ ਕਹਿੰਦੇ ਸ਼ਰਤ ਹੈ। ਵੇਖਿਆ ਹੈ ਇਤਿਹਾਸ ਨੂੰ ਪੜ੍ਹ ਪੜ੍ਹ ਕੇ, ਮੇਰੇ ਸਤਿਗੁਰਾਂ ਨੇ ਜਿੱਥੇ ਵੀ ਕਿਤੇ ਬਖਸ਼ਿਸ਼ ਕੀਤੀ ਕੋਈ ਸ਼ਰਤ ਜ਼ਰੂਰ ਨਾਲ ਲਾਈ ਹੈ। ਮਹਾਰਾਜ ਕਹਿੰਦੇ ਗੱਲ ਏਦਾਂ ਵੀ ਜੇ ਸਾਡੀ ਤੂੰ ਆਗਿਆ ਮੰਨ ਲਵੇਂਗਾ, ਸਤਨਾਮ ਸਿਮਰਹੁ ਸੁਖ ਦਾਨੀ। ਤਾਂ ਫਿਰ ਇੰਜ ਕਰ, ਪਰਮੇਸ਼ਵਰ ਦੇ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰ, ਇਹ ਸੁਖ ਦੇਣ ਵਾਲਾ ਹੈ। ਕਰ ਆਹਾਰ ਕੋ ਹੇਤ ਖੁਦਾਈ। ਤੇ ਫਿਰ ਖੁਦਾ ਦੇ ਨਾਮ ਤੇ ਭੋਜਨ ਕਰਾਇਆ ਕਰ, ਲੰਗਰ ਕਰਿਆ ਕਰ। ਦੇਸ ਆਪਣੇ ਦੇਗ ਚਲਾਏ। ਆਪਣੇ ਦੇਸ਼ ਵਿੱਚ ਲੰਗਰ ਚਲਾ ਦੇ। ਹਰ ਕੋਈ ਸਾਧੂ ਫਕੀਰ ਕੋਈ ਗਰੀਬ ਸਭ ਲੰਗਰ ਛਕੇ। ਭੁੱਖਾ ਰਹਿਨ ਨਾ ਕੋ ਪਾਵੇ। ਤੇ ਕੋਈ ਤੇਰੇ ਰਾਜ ਵਿੱਚ ਭੁੱਖਾ ਨਹੀਂ ਰਹਿਣਾ ਚਾਹੀਦਾ। ਤੂੰ ਰਾਜਾ ਹੈ, ਪ੍ਰਜਾ ਤੇਰਾ ਪਰਿਵਾਰ ਹੈ, ਪਾਲਣਾ ਕਰ। ਬਸਤਰ ਸੋ ਦੇਹੋ ਨਗਰ ਜੋ ਆਵੇ। ਜਿਹੜਾ ਕੋਈ ਨਗਨ ਹੋਵੇ ਤੇਰੇ ਪਾਸ ਆਵੇ, ਨੰਗਾ ਦੇਖੇ ਉਹਨੂੰ ਬਸਤਰ ਦਿਆ ਕਰ। ਆਜਜ ਕੀ ਪਰਵਰਸ ਕਰੀਜੈ। ਅੱਜ ਜੋ ਗਰੀਬ ਨੇ ਵਿਚਾਰੇ ਉਹਨਾਂ ਦੀ ਪਰਵਰਿਸ਼ ਕਰਿਆ ਕਰ, ਪਾਲਣਾ ਕਰਿਆ ਕਰ। ਕਲਮਲ ਕਰਨੇ ਸਭ ਤਜ ਦੀਜੈ। ਤੇ ਦੇਖ ਹੁਣ ਤੈਨੂੰ ਸਮਝ ਆ ਗਈ ਨਾ ਵੀ ਇਹ ਮਾੜੇ ਨੇ, ਇਹ ਪਾਪ ਕਰਮ ਨੇ, ਇਹ ਸਾਰੇ ਪਾਪ ਕਰਮ ਛੱਡ ਦੇ। ਮਾਨ ਬਚਨ ਕੀਨੋ ਸੋ ਕਾਮੂ। ਗੁਰੂ ਸਾਹਿਬ ਦਾ ਬਚਨ ਮੰਨਿਆ, ਉਸੇ ਤਰ੍ਹਾਂ ਹੀ ਇਸ ਨੇ ਕੰਮ ਕੀਤਾ। ਸਿਮਰਨ ਕਰਨ ਲੱਗਾ ਸਤਨਾਮੂ। ਭਾਈ ਵਾਹਿਗੁਰੂ ਪਰਮੇਸ਼ਵਰ ਦੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪਿਆ। ਪੀਰ ਕਰਿਓ ਸ੍ਰੀ ਨਾਨਕ ਤਾਹੀ। ਧੰਨ ਸਾਹਿਬ ਗੁਰੂ ਨਾਨਕ ਆਪਣਾ ਪੀਰ ਮੰਨ ਲਿਆ, ਭਾਵ ਗੁਰੂ ਨਾਨਕ ਨੂੰ ਗੁਰੂ ਮੰਨ ਕੇ ਗੁਰੂ ਦੀ ਸਿੱਖਿਆ ਧਾਰ ਕੇ ਗੁਰੂ ਦਾ ਸਿੱਖ ਬਣਿਆ। ਭਇਓ ਮਰੀਦ ਸੇਵ ਚਿਤ ਚਾਹੀ। ਤੋ ਇਹ ਮੁਰੀਦ ਬਣ ਗਿਆ, ਸਿੱਖ ਬਣ ਗਿਆ, ਗੁਰੂ ਸਾਹਿਬ ਦਾ ਸੇਵਕ, ਤੇ ਚਾਹੁੰਦਾ ਕਿ ਮਹਾਰਾਜ ਮੈਨੂੰ ਕੋਈ ਸੇਵਾ ਬਖਸ਼ੋ। ਕੇਤਕ ਦਿਵਸ ਬਸੇ ਤਹਿ ਪੁਰ ਮੈਂ। ਧੰਨ ਗੁਰੂ ਨਾਨਕ ਸਾਹਿਬ ਕਿੰਨੇ ਕੁ ਦਿਨ ਇਸ ਦੀ ਪੁਰੀ ਵਿੱਚ ਉੱਥੇ ਵਾਸਾ ਕੀਤਾ। ਬਸਰਿਓ ਸੋ ਜਸ ਸਰਬ ਘਰ ਘਰ ਮੈਂ। ਹੁਣ ਇਸ ਰਾਜ ਭਾਗ ਦੇ ਵਿੱਚ ਘਰਾਂ ਘਰਾਂ ਵਿੱਚ ਮੇਰੇ ਗੁਰੂ ਨਾਨਕ ਦਾ ਜਸ ਪਹੁੰਚ ਗਿਆ। ਐਡਾ ਭਾਰੀ ਜ਼ਾਲਮ ਬਾਦਸ਼ਾਹ ਸੀ, ਗਰੀਬ ਭੁੱਖੇ ਮਰਦੇ ਸੀ,
ਸਭ ਨੂੰ ਮਹਾਰਾਜ ਨੇ ਰੁਜ਼ਕ ਦੇ ਦਿੱਤਾ ਹੈ, ਸੋ ਚੰਗੇ ਪਾਸੇ ਲਾ ਦਿੱਤਾ ਹੈ। ਸਭ ਮਹਾਰਾਜ ਨੂੰ ਅਸੀਸਾਂ ਦਿੰਦੇ ਨੇ, ਘਰ ਘਰ ਜਸ ਕਰਦੇ ਹਨ। ਹੋਵਨ ਲੱਗੀ ਆਤਿਥ ਕੀ ਸੇਵਾ, ਹੁਣ ਸਾਧੂਆਂ ਦੀ, ਫਕੀਰਾਂ ਦੀ, ਗਰੀਬਾਂ ਦੀ ਸੇਵਾ ਹੋਣ ਲੱਗ ਪਈ ਹੈ। ਜਪਹਿ ਨਾਮ ਸ੍ਰੀ ਅਲਖ ਅਭੇਵਾ, ਜੋ ਭੇਦ ਪਾਉਣ ਤੋਂ ਰਹਿਤ, ਲਖਣ ਤੋਂ ਰਹਿਤ, ਅਕਾਲ ਪੁਰਖ ਪਰਮੇਸ਼ਵਰ ਹੈ, ਉਸ ਦਾ ਨਾਮ ਜਪਣ ਲੱਗ ਗਏ ਹਨ। ਏਕ ਦਿਵਸ ਬੈਠੇ ਜਗ ਸਾਈ, ਇੱਕ ਦਿਨ ਜਗਤ ਦੇ ਸਵਾਮੀ ਗੁਰੂ ਨਾਨਕ ਸਾਹਿਬ ਬੈਠੇ ਸਨ। ਸ੍ਰੀ ਅੰਗਦ ਮੈਂ ਗਿਰਾ ਅਲਾਈ, ਤਾਂ ਭਾਈ ਬਾਲਾ ਜੀ ਕਹਿੰਦੇ, ਮੈਂ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਸ੍ਰੀ ਗੁਰੂ ਨਾਨਕ ਮਹਾਰਾਜ ਨੂੰ ਇਹੋ ਬੇਨਤੀ ਕੀਤੀ, ਰਾਮਚੰਦ ਸ੍ਰੀ ਪ੍ਰਭ ਅਵਤਾਰਾ, ਜੋ ਭਗਵਾਨ ਰਾਮਚੰਦਰ ਜੀ ਅਵਤਾਰ ਹੋਏ ਹਨ, ਦੈਂਤਨ ਕੋ ਕੁਲ ਜਾਹਿ ਸੰਘਾਰਾ, ਜਿਨ੍ਹਾਂ ਨੇ ਦੈਂਤਾਂ ਦੀ ਕੁਲ ਦਾ ਵਿਨਾਸ਼ ਕੀਤਾ ਹੈ। ਸੋ ਇਸ ਤਰੀਕੇ ਦੇ ਨਾਲ ਹੁਣ ਅੱਗੇ ਜੋ ਹੈ ਵਾਰਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਸੰਗ ਅੱਗੇ ਚੱਲਦਾ ਹੈ। ਇਸ ਵਾਸਤੇ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਗਲਾ ਪ੍ਰਸੰਗ ਸ਼ੁਰੂ ਕਰੀਏ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਮਹਾਨ ਬਖਸ਼ਿਸ਼ ਕੀਤੀ ਹੈ। ਐਸੇ ਐਸੇ ਪਾਪੀ ਲੋਕਾਂ ਦਾ ਉਧਾਰ ਕਰਕੇ ਸਿੱਧੇ ਰਾਹ ਪਾ ਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਧੰਨ ਸ਼ਹਿਨਸ਼ਾਹ ਪਿਤਾ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਰਹਿਮਤ ਕਰਨ, ਸਾਡੇ ਹਿਰਦਿਆਂ ਵਿੱਚ ਵੀ ਆਪਣਾ ਉਪਦੇਸ਼ ਵਸਾਉਣ, ਸਿਮਰਨ ਭਜਨ ਦੀ ਦਾਤ ਬਖਸ਼ਿਸ਼ ਕਰਨ ਅਤੇ ਗੁਰਸਿੱਖੀ ਧਾਰ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹੱਥ ਵਿਆਪੇ ਮੇਲੇ ਦੀਆਂ ਅੰਮ੍ਰਿਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਹਿਬ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਏਕ ਦਿਵਸ ਬੈਠੇ ਜਗ ਸਾਈ, ਸ੍ਰੀ ਅੰਗਦ ਮੈਂ ਗਿਰਾ ਅਲਾਈ, ਰਾਮਚੰਦ ਸ੍ਰੀ ਪ੍ਰਭ ਅਵਤਾਰਾ, ਦੈਂਤਨ ਕੋ ਕੁਲ ਜਾਹਿ ਸੰਘਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।